ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਦਿਨ ਕਾ ਦੀਪਕ ਸੂਰ ਹੈ, ਨਿਸ ਕਾ ਦੀਪਕ ਚੰਦ। ਦੀਪਕ ਧਰਮ ਤਰਲੋਕ ਕਾ, ਕੁਲ ਕਾ ਦੀਪ ਸੁਨੰਦ। ਦਿਨ ਕਾ ਦੀਪਕ ਸੂਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8ਵਾਂ ਅਧਿਆਇ ਆਪਾਂ ਪੜ੍ਹ ਵਿਚਾਰ ਰਹੇ ਸਾਂ। 8 ਕੱਲ੍ਹ ਆਪਾਂ ਦੋਹਰੇ ਕੀਤੇ ਸੀ, ਅੱਜ ਇਹਦਾ ਆਪਾਂ 9ਵਾਂ ਦੋਹਰਾ ਪੜ੍ਹਾਂਗੇ। ਭਾਵ ਇਹ ਅਧਿਆਇ ਨੂੰ ਅੱਜ ਸਮਾਪਤ ਕਰ ਦੇਣਾ ਹੈ। ਸੋ ਆਓ ਆਪਾਂ ਇਹਦੀ ਵਿਚਾਰ ਕਰੀਏ, ਕਿਉਂਕਿ ਆਪਾਂ ਅੱਖਰੀ ਅਰਥ ਜਾਂ ਜਿੱਥੇ ਕੋਈ ਜ਼ਰੂਰਤ ਪੈਂਦੀ ਉੱਥੇ ਗੱਲ ਖੋਲ੍ਹ ਕੇ ਦਸੀਦੀ ਹੈ। ਮੁੱਖ ਸਾਡਾ ਮਕਸਦ ਜੋ ਇਹੀ ਆ ਵੀ ਅੱਖਰਾਂ ਦੇ ਅਰਥ ਭਾਵ ਜਿਹੜੇ ਸਾਨੂੰ ਸਮਝ ਪੈਣ, ਸਾਡੀ ਵਿਦਵਤਾ ਥੋੜ੍ਹੀ ਬਣੇ, ਉਹ ਸਾਡਾ ਇੱਥੇ ਮੁੱਖ ਮਨੋਰਥ ਆ। ਜਦੋਂ ਆਪਾਂ ਗਿਆਨੀ ਪੁਰਸ਼ ਬਣ ਜਾਂਦੇ ਹਾਂ, ਫਿਰ ਸੁਤੇ ਸਿੱਧੀ ਆਪਾਂ ਵਿਚਾਰ ਇਹਦੀ ਖੋਲ੍ਹ ਕੇ ਕਰ ਲਈਦੀ। ਸੋ ਆਓ ਆਪਾਂ ਜੇ ਵਿਦਿਆਰਥੀ ਰੂਪ 'ਚ ਗ੍ਰੰਥ ਪੜ੍ਹੀਦਾ, ਇਹਨੂੰ ਵਿਚਾਰੀਏ। ਦਿਨ ਕਾ ਦੀਪਕ ਸੂਰ ਹੈ, ਕਹਿੰਦੇ ਆ ਚਾਣਕੇ ਰਿਸ਼ੀ ਜੀ ਵੀ ਜਿਹੜਾ ਦਿਨ ਦਾ ਦੀਵਾ ਆ ਉਹ ਤੇ ਹੈ ਸੂਰਜ। ਦਿਨੇ ਜਗਦਾ ਹੈ ਨਾ, ਤੇ ਸੂਰਜ ਹੀ ਹੁਣ ਸਿਰ ਚਾਨਣ ਹੋਣ ਡਿਆ, ਇਸ ਕਰਕੇ ਦਿਨ ਦਾ ਦੀਵਾ ਸੂਰਜ ਹੈ। ਨਿਸਕਾ ਦੀਪਕ ਚੰਦ, ਰਾਤ ਦਾ ਜਿਹੜਾ ਦੀਵਾ ਉਹ ਹੈ ਚੰਦਰਮਾ। ਦੀਪਕ ਧਰਮ ਤਰਲੋਕ ਗਾ, ਪਰ ਕਹਿੰਦੇ ਤਿੰਨਾਂ ਲੋਕਾਂ ਦਾ ਦੀਵਾ ਕੀ ਹੈ? ਉਹ ਹੈ ਧਰਮ। ਧਰਮ ਕਰਕੇ ਤਿੰਨੇ ਲੋਕ ਆ, ਜੋ ਧਰਮ ਕਰਕੇ ਤਿੰਨਾਂ ਲੋਕਾਂ 'ਚ ਪ੍ਰਕਾਸ਼ ਹੁੰਦਾ। ਮਾਤ ਲੋਕ, ਪਤਾਲ ਲੋਕ ਤੇ ਸਵਰਗ ਲੋਕ, ਜਾਂ ਪਤਾਲ ਲੋਕ, ਮਾਤ ਲੋਕ, ਆਕਾਸ਼ ਲੋਕ। ਇਹ ਤਿੰਨਾਂ ਥਾਵਾਂ 'ਤੇ ਧਰਮ ਆ। ਧਰਮ ਦੇ ਆਸਰੇ ਤਿੰਨੇ ਟਿਕੇ ਹੋਏ। ਇਸ ਧਰਮ ਦੇ ਜਿਹੜਾ ਪ੍ਰਕਾਸ਼ ਹੈ ਤਿੰਨਾਂ ਲੋਕਾਂ ਵਿੱਚ। ਦੀਪਕ ਧਰਮ ਤਰਲੋਕ ਕਾ, ਤਿੰਨੇ ਲੋਕਾਂ ਨੂੰ ਪ੍ਰਕਾਸ਼ ਕਰਨ ਵਾਲਾ, ਤਿੰਨੇ ਲੋਕਾਂ ਦਾ ਦੀਵਾ ਧਰਮ ਹੈ। ਕੁਲ ਕਾ ਦੀਪੋ ਸੋਨੰਦ, ਅਤੇ ਜੋ ਕੁਲ ਵੰਸ਼ ਆ, ਵੰਸ਼ ਦਾ ਦੀਵਾ, ਆਪਣੀ ਕੁਲ ਦਾ ਦੀਵਾ ਸ੍ਰੇਸ਼ਟ, ਸੋ ਕਹੀਏ ਸ੍ਰੇਸ਼ਟ, ਨੰਦ ਕਹੀਏ ਪੁੱਤਰ। ਭਾਵ ਚੰਗਾ ਪੁੱਤਰ ਜਿਹੜਾ ਨਾ, ਜਿਹਦੇ ਨੇਕ ਚਾਲ ਚੱਲਣ ਆ, ਉਹ ਕੁਲ ਦਾ ਦੀਵਾ ਆਪਣਾ ਸ੍ਰੇਸ਼ਟ ਪੁੱਤਰ ਹੁੰਦਾ ਹੈ। ਇੱਥੇ ਪੁੱਤਰ ਦੀ ਗੱਲ ਲਿਆਂਦੀ ਬੜੇ ਤਰੀਕੇ ਨਾਲ ਕਿ ਕੁਲ ਦਾ ਦੀਵਾ ਕੀ ਆ? ਸ੍ਰੇਸ਼ਟ ਪੁੱਤਰ। 4 ਪ੍ਰਕਾਰ ਦੇ ਤੁਸੀਂ ਸਮਝ ਲਓ ਦੀਵੇ ਆ ਮੰਨੇ ਹੋਏ ਚਾਣਕੇ ਰਿਸ਼ੀ ਜੀ ਨੇ। ਸਿੰਘਨ ਕਾ ਸੁਤ ਏਕ ਹੈ, ਸਿੰਘਨ ਨਾਮ ਹੁੰਦਾ ਸ਼ੇਰਨੀ ਦਾ, ਕਿਉਂਕਿ ਇੱਥੇ ਨੰਨੇ ਨੂੰ ਸਿਹਾਰੀ ਪਈ ਆ। ਜੇ ਨਾ ਹੁੰਦੀ ਤੇ ਫਿਰ ਸ਼ੇਰਾਂ ਦਾ ਬਹੁਵਾਚਕ ਹੋ ਜਾਂਦਾ। ਸਿੰਘ ਨਾਮ ਸ਼ੇਰ ਦਾ, ਸਿੰਘਨ ਨਾਮ ਸ਼ੇਰਨੀ ਦਾ। ਜਿਵੇਂ ਕਹਿੰਦੇ ਨਾ ਸਿੰਘ ਆ ਸਿੰਘਣੀ ਆ, ਸਿੰਘਣੀ ਭਾਵ ਇਸਤਰੀ ਆ, ਸਿੰਘ ਭਾਵ ਮਰਦ ਆ, ਸਿੱਖ ਆ। ਇਸ ਕਰਕੇ ਕਹਿੰਦੇ ਸਿੰਘਨ ਕਾ ਸੁਤ ਏਕ ਹੈ, ਭਾਵ ਸ਼ੇਰਨੀ ਦਾ ਸੁਤ ਕਹੀਏ ਪੁੱਤਰ ਇੱਕੋ ਹੀ ਹੁੰਦਾ ਹੈ। ਸੁਖ ਸੋਵਤ ਵੋਹ ਨੀਠ, ਤੇ ਉਹ ਬੜੇ ਆਰਾਮ ਦੀ ਨੀਂਦ ਸੌਂਦਾ ਹੈ। ਸੁਖ ਸੋਵਤ ਵੋਹ ਨੀਠ, ਹਾਂਜੀ ਨੀਠ ਨਾਮ ਕੀ ਆ?
ਮੀਠ ਨਾਮ ਦਾ ਆਰਾਮ ਨਾਲ, ਉਹ ਨਾਮ ਦਾ ਉਹ, ਤੇ ਉਹ ਬੜੇ ਆਰਾਮ ਦੀ ਨੀਂਦ ਸੌਂਦਾ। ਕਿਉਂ? ਕਿਉਂਕਿ ਉਹ ਸਾਰੇ ਜੰਗਲ ਦਾ ਰਾਜਾ ਹੁੰਦਾ ਤੇ ਸ਼ੇਰਨੀ ਦਾ ਪੁੱਤਰ, ਜਿਸ ਕਰਕੇ ਬੜੀ ਨੀਠ ਕਹੀਏ ਸ਼ਾਂਤੀ ਨਾਲ, ਨੀਠ ਕਹੀਏ ਆਰਾਮ ਨਾਲ ਗੂੜੀ ਨੀਂਦ ਸੌਂਦਾ। ਭਾਵ ਖੜਕੇ ਨਾਲ ਘਬਰਾ ਕੇ ਕਦੀ ਸ਼ੇਰ ਨਹੀਂ ਉੱਠਦਾ। ਜਿਵੇਂ ਕੁੱਤਾ ਥੋੜ੍ਹਾ ਜਿਹਾ ਖੜਕਾ ਹੋ ਜੇ ਘਬਰਾ ਕੇ ਉੱਠਦਾ, ਤੇ ਸ਼ੇਰ ਦੀ ਜਿਹੜੀ ਨੀਂਦ ਉਹ ਤੇ ਬੇਫਿਕਰੀ ਨੀਂਦ ਆ। ਇਹ ਨੀਠ ਦਾ ਅਰਥ ਇਹ ਵੀ ਹੁੰਦਾ ਵਾ ਵੀ ਪ੍ਰਤੱਖ, ਇਹ ਪ੍ਰਤੱਖ ਦੇਖਿਆ ਗਿਆ ਸੰਸਾਰ ਦੇ ਵਿੱਚ। ਸ਼ੇਰ ਦੀ ਨੀਂਦ ਆਰਾਮ, ਨੀਠ ਕਹੀਏ ਆਰਾਮ ਦੀ ਨੀਂਦ ਆ, ਸੁੱਖ ਨਾਲ ਸੌਂਦਾ ਉਹ। ਸ਼ੇਰਨੀ ਦਾ ਇੱਕੋ ਪੁੱਤਰ ਹੁੰਦਾ ਤੇ ਜੰਗਲ ਦਾ ਰਾਜਾ ਹੁੰਦਾ, ਸੁੱਖ ਨਾਲ ਸੌਂਦਾ, ਕਦੀ ਘਬਰਾਉਂਦਾ ਨਹੀਂ। ਗਦਹੀ ਕੇ ਸੁਤ ਬਹੁਤ ਹੈ, ਗਦਹੀ ਕਹੀਏ ਖੋਤੀ, ਖੋਤੀ ਦੇ ਜਿਹੜੇ ਪੁੱਤਰ ਆ, ਸੁਤ ਪੁੱਤਰ ਆ, ਉਹ ਬਹੁਤ ਹੁੰਦੇ ਆ। ਭਾਵ ਉਹਦੇ ਨੇਕਾਂ ਪੁੱਤਰ ਖੋਤੇ ਪੈਦਾ ਹੁੰਦੇ ਆ ਬਹੁਤੇ। ਭਾਰ ਉਠਾਵਤ ਪੀਠ, ਪਰ ਉਹ ਜਿਹੜੇ ਪੁੱਤਰ ਜੰਮਦੇ ਉਹ ਸਾਰੀ ਉਮਰ ਪਿੱਠ ਤੇ ਭਾਰ ਹੀ ਢੋਂਦੇ ਰਹਿੰਦੇ ਹਨ। ਠੀਕ ਹੈ ਜੀ। ਸਾਰੀ ਉਮਰ ਉਹ ਭਾਰ ਉਠਾਉਂਦੇ ਆ ਤੇ ਬੁਰਾ ਹਾਲ ਹੋਇਆ ਰਹਿੰਦਾ। ਇਸੇ ਪ੍ਰਕਾਰ ਹੀ ਤੁਸੀਂ ਦੂਜੀ ਤਰ੍ਹਾਂ ਤਰੀਕੇ ਨਾਲ ਸਮਝ ਲਓ ਅਰਥ ਵੀ ਸਿੰਘਨ ਕਾ ਸੁਤ ਹੈ ਇੱਕ ਹੈ, ਸ਼ੇਰਨੀ ਦਾ ਇੱਕ ਪੁੱਤਰ ਹੈ ਤੇ ਉਹ ਸ਼ੇਰਨੀ ਸੁੱਖ ਨਾਲ ਸੌਂਦੀ ਆ। ਉਹ ਕਹੀਏ ਸ਼ੇਰਨੀ ਸੁੱਖ ਨਾਲ ਸੌਂਦੀ ਹੈ, ਨੀਠ ਕਹੀਏ ਆਰਾਮ ਨਾਲ। ਇਹ ਨੀਠ ਕਹੀਏ ਪ੍ਰਤੱਖ ਦੇਖਿਆ ਜਾਂਦਾ। ਨੀਠ ਦਾ ਅਰਥ ਪ੍ਰਤੱਖ ਵੀ ਲੈ ਲੈਣਾ ਤੇ ਆਰਾਮ ਨਾਲ ਸ਼ਾਂਤੀ ਨਾਲ ਵੀ ਲੈ ਲੈਣਾ। ਤੇ ਵੇਖ ਲਓ ਕਹਿੰਦੇ ਗਦਹੀ ਕੇ ਸੁਤ ਬਹੁਤ ਹੈ, ਖੋਤੀ ਦੇ ਪੁੱਤਰ ਵੀ ਬਹੁਤ ਹੈ। ਖੋਤੇ ਭਾਰ ਉਠਾਵਤ ਪੀਠ, ਉਹਨਾਂ ਪੁੱਤਰਾਂ ਦੇ ਹੁੰਦਿਆਂ ਵੀ ਉਹ ਵਿਚਾਰੀ ਗਧੀ ਤੇ ਉਹਨਾਂ ਦਾ ਬਾਪ ਗਧਾ ਆਪਣੀ ਪੇਠ ਕਹੀਏ ਪਿੱਠ ਉੱਪਰ ਭਾਰ ਬੋਝ ਹੀ ਉਠਾਉਂਦੇ ਆ। ਕੋਈ ਸੁਖਦ ਨਹੀਂ ਨਾ ਹੈਗਾ ਇੰਨੇ ਬਹੁਤਿਆਂ ਜੰਮ ਕੇ। ਸ਼ੇਰਨੀ ਦਾ ਇੱਕੋ ਪੁੱਤਰ ਬੜਾ ਹੈ। ਅੱਗੇ ਆੜਾ ਦੋਰਾ ਹੁਣ ਕੀਤਾ, ਇਹਦਾ ਹੀ ਦ੍ਰਿਸ਼ਟਾਂਤ ਦੇ ਕੇ ਸਪਸ਼ਟ ਕਰ ਲੱਗੇ ਹੋਰ ਖੋਲ ਕੇ। ਜਿਸ ਕੇ ਦੋਹਰਾ ਜਿਸ ਕੇ ਕੁਲ ਸੁਖ ਪਾਵਹੀ, ਜਿਸ ਨਾਲ ਸਾਰਾ ਹੀ ਕੁਲ ਖਾਨਦਾਨ ਪਰਿਵਾਰ ਸੁਖ ਪਾਵੇ। ਏਕੋ ਭਲੋ ਸਪੂਤ, ਉਹਦੇ ਭਾਈ ਨੇਕ ਪੁੱਤਰ, ਭਲਾ ਪੁੱਤਰ, ਸਪੂਤ ਕਹੀਏ ਸ੍ਰੇਸ਼ਟ ਪੁੱਤਰ, ਇੱਕੋ ਹੀ ਇੱਕ ਚੰਗਾ। ਸਪੂਤ ਜਿਹਨੇ ਆਪਣੇ ਪਿਓ ਦੀ ਪੱਗ ਰੱਖੀ, ਇੱਜ਼ਤ ਰੱਖੀ ਆ, ਉਹ ਸਪੂਤ ਤੇ ਇੱਕੋ ਹੀ ਭਾਈ ਭਲਾ ਚੰਗਾ ਆ। ਉਹ ਸ੍ਰੇਸ਼ਟ ਪੁੱਤਰ ਤੇ ਇੱਕੋ ਹੀ ਚੰਗਾ ਵਾ ਜਿਸ ਤੇ ਕੁਲ ਸੁਖ ਪਾਵੇ, ਜਿਹਦੇ ਪੈਦਾ ਹੋਣ ਨਾਲ, ਜਿਹਦੇ ਕੰਮਾਂ ਨਾਲ ਕੁੱਲ ਖਾਨਦਾਨ, ਕੁੱਲ ਵੰਸ਼, ਕੁੱਲ ਪਰਿਵਾਰ ਸੁਖ ਪਾਵੇ। ਇੱਕੋ ਹੀ ਬੜਾ। ਦੇਹ ਸੋਗ ਸੰਤਾਪ ਤੇ, ਜਿਸ ਕਰਕੇ ਸਰੀਰ ਨੂੰ, ਦੇਹ ਨਾਮ ਸਰੀਰ ਦਾ, ਜਿਸ ਕਰਕੇ ਸਰੀਰ ਨੂੰ ਅਨੇਕਾਂ ਸੋਗ ਕਹੀਏ, ਗਮ, ਫਿਕਰ, ਸੰਤਾਪ ਫਿਰ ਭਾਲੀ ਪ੍ਰਕਾਰ ਤਾਪ, ਦੁੱਖ ਤਕਲੀਫਾਂ ਮਿਲਣ। ਹਾਂਜੀ। ਬਹੁਤੇ ਬੁਰੇ ਕਪੂਤ, ਉਹਦੇ ਭਾਵੇਂ, ਤੇ ਦਾ ਅਰਥ ਲੈਣਾ ਉਹ ਤੇ ਭਾਵੇਂ ਬਹੁਤੇ ਪੁੱਤਰ ਵੀ ਹੋਣ, ਫਿਰ ਵੀ ਕਪੂਤ ਹੋਣੇ ਕਰਕੇ ਬੁਰੇ ਮਾੜੇ ਹੀ ਹੈ। ਜਿਸ ਦੇ ਜੰਮਿਆਂ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਫਿਕਰ ਲੱਗ ਜਾਣ, ਅਲਾਮਿਆਂ ਦੇ, ਫਿਰ ਤਾਪ ਲੱਗ ਜਾਣ। ਵੀ ਕਈ ਕਹਿੰਦੇ ਨਾ ਮੁੰਡੇ ਨੇ ਸਾਡੇ ਦੇ ਬੰਨੀ ਕੀ ਕਰ ਦਿੱਤਾ, ਤਾਪ ਹੀ ਚੜਿਆ ਰਹਿੰਦਾ, ਕਿਤੇ ਕਿਸੇ ਨਾਲ ਲੜ ਕੇ ਨਾ ਆ ਜੇ, ਕੋਈ ਨਸ਼ਾ ਨਾ ਕਰਕੇ ਆ ਜੇ।
ਇਸ ਪ੍ਰਕਾਰ ਬਹੁਤੇ ਬੁਰੇ ਕਪੂਤ, ਕਪੂਤ ਤੇ ਬਹੁਤੇ ਜੰਮੇ ਹੁਣ ਉਹ ਵੀ ਬੁਰੇ ਹੀ ਆ, ਮਾੜੇ ਹੀ ਆ, ਜਿਨ੍ਹਾਂ ਕਰਕੇ ਸਰੀਰ ਨੂੰ ਅਨੇਕਾਂ ਤਰ੍ਹਾਂ ਦੇ ਸੋਗ, ਗਮ, ਸੰਤਾਪ, ਕਲੇਸ਼ ਹੁੰਦੇ ਆ। ਹਾਂਜੀ, ਕਹਿਣ ਤੋਂ ਭਾਵ ਤੇ ਵੀ ਮਾਤਾ ਪਿਤਾ ਦਾ ਇੱਕ ਪੁੱਤਰ ਹੀ ਜੇ ਪੈਦਾ ਹੋ ਜੇ ਤੇ ਚੰਗੇ ਦਿਨ ਲਿਖਾ ਦੇ ਤੇ ਚੰਗਾ ਵਾ, ਜੇ ਬਹੁਤੇ ਜੰਮ ਕੇ ਉਹ ਦੋਖੀ ਦਿਖਾਉਣ ਦੇ ਤਾਂ ਉਹਦਾ ਕੋਈ ਫਾਇਦਾ ਨਹੀਂ। ਇੱਥੇ ਪਾਠ ਦੇ ਵੀ ਹੈਗਾ ਵਾ, ਦੇਹ ਦੀ ਥਾਂ ਦੱਦੇ ਲਾਵਾਂ ਈੜੀ ਸਿਹਾਰੀ, ਵੀ ਦੇ ਸੋਗ ਸੰਤਾਪ ਜੋ ਤੇ ਦੀ ਥਾਂ ਜੋ ਪਾਠ ਦੂਜਾ। ਇੱਕ ਤੇ ਹੈ ਨਾ ਦੇਹ ਸੋਗ ਸੰਤਾਪ ਤੇ ਕਹਿੰਦੇ ਵੀ ਜਿਸ ਪੁੱਤਰ ਤੋਂ ਬਹੁਤੇ ਬੁਰੇ ਕਪੂਤ, ਉਹ ਤੇ ਬਹੁਤੇ ਬੁਰੇ ਵੀ ਕਪੂਤ ਹੈਗੇ ਆ, ਮਾੜੇ ਆ, ਬੁਰੇ ਆ। ਕਬੂਤਰ ਖੋਟੇ ਪੁੱਤਰ ਤੇ ਬਹੁਤੇ ਮਾੜੇ ਹੁੰਦੇ ਆ, ਜਿਨ੍ਹਾਂ ਤੋਂ ਤੇ ਕਹੀਏ ਤੋਂ ਦੇਹ ਨੂੰ ਸੋਗ ਸੰਤਾਪ ਹੁੰਦਾ। ਤੇ ਦੂਜਾ ਪਾਠ ਆ ਦੇ ਸੋਗ ਸੰਤਾਪ ਜੋ, ਭਾਵ ਦੱਦੇ ਲਾਵਾਂ ਈੜੀ ਸਿਹਾਰੀ, ਵੀ ਤੇ ਦੀ ਥਾਂ ਜਿੱਥੇ ਤੇ ਪਾਠ ਉੱਥੇ ਜੋ ਕਰ ਲੈਣਾ, ਵੀ ਜੋ ਹਮੇਸ਼ਾ ਹੀ ਸੋਗ ਗਮ ਫਿਕਰ ਸੰਤਾਪ ਦੋਖੀ ਦੁੱਖ ਦੇ ਕੇ ਦੇਣਾ ਕਰਦਾ, ਉਹ ਜੇ ਤੇ ਬਹੁਤੇ ਜਿਹੜੇ ਪੁੱਤਰ ਜੰਮੇ ਨਾ ਉਹ ਤੇ ਹੈਗੇ ਕਪੂਤ ਖੋਟੇ ਪੁੱਤਰ ਆ, ਉਹ ਬਹੁਤੇ ਵੀ ਬੁਰੇ ਮਾੜੇ ਹੀ ਆ, ਕੋਈ ਫਾਇਦਾ ਨਹੀਂ ਉਹਨਾਂ ਦਾ ਜੰਮਿਆਂ ਦਾ, ਇੱਕੋ ਹੀ ਹੁੰਦਾ ਤੇ ਚੰਗਾ ਸੀ। ਸੋ ਚਾਣਕ ਰਿਸ਼ੀ ਦਾ ਇਹ ਕਹਿਣ ਦਾ ਮਤਲਬ ਹੈ। ਦੋਹਰਾ ਇਸ਼ਟ ਮਿੱਤਰ ਬਾਂਧਵ ਸਕਲ। ਹੁਣ ਦੱਸਣ ਲੱਗੇ ਆ ਕਿਸ ਪੁਰਖ ਦਾ ਜਨਮ ਧਨ ਆ। ਇਸ਼ਟ ਕਹੀਏ ਪਿਆਰਾ, ਜਾਂ ਇਸ਼ਟ ਆਪਣਾ ਜਿਹਨੂੰ ਆਪਾਂ ਮੰਨਦੇ ਹੋ ਇਸ਼ਟ ਹੁੰਦਾ। ਹੁਣ ਆਪਾਂ ਕਿਹਨੂੰ ਮੰਨਦੇ? ਗੁਰੂ ਨੂੰ। ਸਿੱਧਾ ਲਾ ਲਓ ਗੁਰੂ, ਜਾਂ ਇਸ਼ਟ ਕਹੀਏ ਪਿਆਰਾ ਜਿਹਦੇ ਨਾਲ ਸਾਡਾ ਪ੍ਰੇਮ ਹੈ। ਦੂਜਾ ਮਿੱਤਰ, ਤੀਜਾ ਬਾਂਧਵ ਕਹੀਏ ਸਾਕ ਸੰਬੰਧੀ ਭਾਈਚਾਰਾ। ਇਹ ਜਿਹੜੇ ਸਕਲ ਕਹੀਏ ਸਾਰੇ ਆ। ਅਤੇ ਔਰ ਹਿਤੂ ਜੋ ਆਹੀ, ਔਰ ਅਤੇ ਔਰ ਕਹੀਏ ਜਿਹੜੇ ਹੋਰ ਆ। ਹਿਤੂ ਕਹੀਏ ਪ੍ਰੇਮੀ, ਜੋ ਕਹੀਏ ਜਿਹੜੇ ਹੋਰ ਪ੍ਰੇਮੀ ਸੱਜਣ ਆ। ਆਹੇ ਕਹੀਏ ਹਨ ਜਾਂ ਹੈ। ਗੁਰੂ, ਮਿੱਤਰ, ਦੋਸਤ, ਸਾਕ ਸੰਬੰਧੀ, ਬਾਂਧਵ, ਇਹ ਸਾਰੇ ਅਤੇ ਹੋਰ ਜਿਹੜੇ ਹਿਤੂ ਪ੍ਰੇਮੀ ਪ੍ਰੇਮ ਕਰਨ ਵਾਲੇ ਸੱਜਣ ਮਿੱਤਰ ਜੋ ਵੀ ਆਹੇ ਕਹੀਏ ਹੈ। ਜਿਹ ਜੀਵਤ ਇਹ ਤੇ ਜੀਏ, ਜਿਸ ਇੱਕ ਦੇ ਜਿਉਂਦੇ ਰਹਿਣ ਨਾਲ ਉੱਪਰ ਕਹੇ ਸਾਰੇ ਸੁਖੀ ਵਸਣ। ਜੀਂਦੇ ਰਹਿਣ, ਇੰਨੇ ਜਾਣੇ ਜਿਹੜੇ ਉੱਪਰ ਲਿਖੇ ਆ, ਜਿਹਦੇ ਪੁਰਖ ਦੇ ਜੀਂਦਿਆਂ, ਜਿਹੜੇ ਬੰਦੇ ਦੇ ਜੀਂਦਿਆਂ ਇੰਨੇ ਜੀਂਦੇ ਹੋਣ। ਧਨ ਜਨਮ ਹੈ ਤਾਹੇ, ਉਸੇ ਦਾ ਹੀ ਜਨਮ ਧਨ ਤਾਜ ਹੋ ਗਿਆ। ਜਿਸ ਮਨੁੱਖ ਦੇ ਜਿਉਂਦਿਆਂ, ਇਹ ਤੇ ਕਹੀਏ ਇਤਨੇ ਜਿਹੜੇ ਉੱਪਰ ਕਹੇ ਆ ਨਾ, ਗੁਰੂ, ਮਿੱਤਰ, ਸਕਲ ਸੰਬੰਧੀ, ਹੋਰ ਪ੍ਰੇਮੀ ਸੱਜਣ ਜਿਉਂਦੇ ਹੋਣ, ਭਾਵ ਸੁਖੀ ਵਸਦੇ ਹੋਣ, ਉਹਨੂੰ ਵੇਖ ਵੇਖ ਜੀਂਦੇ ਹੋਣ ਵੀ ਬੜਾ ਚੰਗਾ। ਧਨ ਜਨਮ ਹੈ ਤਾਹੇ, ਉਸ ਪੁਰਖ ਦਾ ਤੇ ਜਨਮ ਹੀ ਭਾਈ ਸੰਸਾਰ ਵਿੱਚ ਧਨਤਾ ਜੋਗ ਹੈ। ਤਾਹੇ ਕਹੀਏ ਉਸ ਦਾ, ਉਹਦਾ ਜਨਮ ਧਨਤਾ ਜੋਗ ਆ। ਉਹ ਪੁਰਖ ਕਾਹਦਾ? ਉਹਦੇ ਦੇਵਤਾ ਹੀ ਆਇਆ ਹੋਇਆ ਜਿਹੜਾ ਇੰਨਿਆਂ ਨੂੰ ਖੁਸ਼ ਰੱਖਣ ਡਿਆ, ਨਹੀਂ ਤੇ ਦੁੱਖ ਦੇਣ ਵਾਲੇ ਤੇ ਬੜੇ ਹੁੰਦੇ ਆ। ਦੋਹਰਾ ਪਸ ਪੀ ਆਪਣਾ ਪੇਟ ਭਰ। ਹੁਣ ਦੁਨੀਆ ਵਿੱਚ ਕਹਿੰਦੇ ਪਸ਼ੂ ਵੀ ਆਪਣਾ ਢਿੱਡ ਭਰ ਕੇ, ਪੇਟ ਢਿੱਡ ਭਰ ਕੇ ਤੇ ਖਾ ਹੀ ਲੈਂਦਾ। ਭੀ ਦਾ ਅਰਥ ਵੀ, ਪਸ਼ੂ ਵੀ ਆਪਣਾ ਪੇਟ ਭਰ ਕੇ ਖਾ ਲੈਂਦਾ। ਖਾਵਤ ਹੈ ਜਗ ਮਾਹੇ, ਖਾਵਤ ਹੈ ਜਗ ਮਾਹੇ। ਜਗ ਮਾਹੇ, ਸੰਸਾਰ ਦੇ ਵਿੱਚ ਕਹਿੰਦੇ ਪਸ਼ੂ ਵੀ ਰਹਿੰਦਾ ਨਾ ਆਪਣਾ ਪੇਟ ਭਰ ਕੇ ਖਾਵਤ ਖਾਂਦਾ ਆ। ਜਨਮ ਸਫਲ ਹੈ ਤਿਨੋਂ ਕਾ, ਤਿਨੋਂ ਕਾ ਕਹੀਏ ਉਹਨਾਂ ਦਾ ਭਾਈ ਜਨਮ ਸਫਲ ਹੈ। ਸਕਾਰਥ
ਨਿਹਾਲ ਨਿਹਾਲ ਗਿਣਿਆ ਜਾਂਦਾ, ਫਲ ਦੇ ਸਹਿਤ ਗਿਣਿਆ ਜਾਂਦਾ। ਜੋ ਖਵਾਏ ਕੈ ਖਾਹੇ, ਜੋ ਖਵਾਏ ਕੈ, ਜੋ ਹੋਰਾਂ ਨੂੰ ਖਵਾ ਕੇ ਤੇ ਆਪ ਬਾਅਦ ਚ ਖਾਂਦੇ ਨੇ। ਘਾਲ ਖਾਏ ਕਿਛ ਹੱਥੋਂ ਦੇ, ਭਾਵ ਜਿਹੜੇ ਵੰਡ ਕੇ ਛਕਦੇ ਆ, ਇੱਥੇ ਉਹਨਾਂ ਦੀ ਗੱਲ ਕੀਤੀ ਹੈ ਵੀ ਪਸ਼ੂ ਵੀ ਆਪਣਾ ਪੇਟ ਭਰ ਕੇ ਨਾ, ਭਰਦੇ ਰਾਰੇ ਨੂੰ ਸਿਹਾਰੀ ਪਾਉਣੀ ਤੇ ਖਾਂਦਾ ਵਾ ਸੰਸਾਰ ਵਿੱਚ ਰਹਿੰਦਿਆਂ ਚਾਰਾ ਆਦਿਕ ਖਾ ਹੀ ਲੈਂਦੇ, ਆਪਣਾ ਪੇਟ ਭਰ ਹੀ ਲੈਂਦੇ ਆ। ਤੇ ਭਾਈ ਪਰ ਆਂਦੇ ਵੀ ਪਸ਼ੂ 'ਚ ਤੇ ਤੇਰੇ 'ਚ ਫਰਕ ਤਾਂ ਆ ਜੇ ਤੂੰ ਕਿਸੇ ਨੂੰ ਖਵਾ ਕੇ ਖਾਣਾ, ਜੇ ਤੂੰ ਆਪ ਹੀ ਭਰ ਭਰ ਪੇਟ ਖਾਣਾ ਵਾ, ਪੇਟ ਭਰਿਓ ਪਸ਼ੂ ਅਜ ਸੋਇਓ ਮਨੁੱਖ ਜਨਮ ਹੈ ਹਾਰਿਓ। ਜੇ ਤੇ ਤੇਰੀ ਇਹੋ ਜਿਹੀ ਹਾਲਤ, ਫਿਰ ਤੂੰ ਤੇ ਪਸ਼ੂਆਂ ਤੋਂ ਮਾੜਾ। ਪਸ਼ੂ ਚੰਗੇ ਹੁੰਦੇ ਫਿਰ ਵੀ, ਉਹਦੇ ਪਸ਼ੂ ਕਰਹਿ ਚੰਗਿਆਈਆ, ਖੜ ਖਾਵੇ ਅੰਮ੍ਰਿਤ ਦੇ, ਨਾਮ ਵੀ ਹੋਣੇ ਆਦਮੀ ਤ੍ਰਿਗ ਜਨਮ। ਉਹਨਾਂ ਲੋਕਾਂ ਦਾ ਜਿਹੜੇ ਨਾਮ ਤੋਂ ਬਿਨਾਂ ਆ। ਪਸ਼ੂ ਵੀ ਚੰਗਾ ਜਿਹੜਾ ਘਾਹ ਖਾ ਕੇ ਵਿਚਾਰਾ ਸੁੱਕਾ ਮਿੱਸਾ ਹਰਿਆ ਤੇ ਦੁੱਧ ਦੇਣਾ ਅੰਮ੍ਰਿਤ ਵਰਗਾ। ਤੇ ਤੇਰਾ ਜਨਮ ਤੇ ਜਾਂ ਤੈਨੂੰ ਕਾ ਉਹਨਾਂ ਦਾ ਜਨਮ ਭਾਈ ਸਫਲਾ ਹੈ, ਸਕਾਰਤਾ ਹੈ। ਜੋ ਖਵਾਏ ਕਹਿ ਖਾਹੇ, ਜੋ ਕਿਸੇ ਗਰੀਬ ਲੋੜਵੰਦ ਨੂੰ ਅਥਵਾ ਪਰਿਵਾਰ ਵਿੱਚ ਵੀ ਰਹਿੰਦੇ ਆ, ਦੂਜਿਆਂ ਨੂੰ ਛਕਾ ਕਰਕੇ ਆਪ ਖਾਹੇ ਖਾਂਦੇ ਆ, ਧੰਨ ਹਨ ਉਹ ਪੁਰਸ਼ ਵੰਡ ਕੇ ਖਾਣ ਵਾਲੇ। ਦੋਹਰਾ ਜੋ ਧਰਮੀ ਗੁਣਵਾਨ ਹੈ, ਗੁਣਵਾਨ ਅੱਗੇ ਔਂਕੜ ਨੰਨਾ, ਗੁਣਵਾਨ ਜੋ ਜਿਹੜੇ ਮਨੁੱਖ ਆਪਣੇ ਧਰਮ ਵਿੱਚ ਪਰਪੱਕ ਹਨ, ਪੱਕੇ ਹੈ ਤੇ ਗੁਣਵਾਨ, ਸ਼ੁਭ ਗੁਣਾਂ ਵਾਲੇ, ਸ਼ੁਭ ਗੁਣਾਂ ਦੇ ਸਹਿਤ ਹੈ ਤੇ ਜੀਵਤ ਜਗ ਮਾਹੇ, ਤੇ ਕਹੀਏ ਉਹ ਹੀ ਜਗ ਮਾਹੇ ਸੰਸਾਰ ਵਿੱਚ ਅਸਲੀ ਜਿਹੜਾ ਜੀਵਤ ਜੀਵਨ ਆ, ਅਸਲੀ ਜਿਹੜਾ ਜੀਵਨ ਜੀਵਤ ਕਹੀਏ ਜਿਉਂਦੇ ਹੈ, ਉਹ ਹੀ ਸਦਾ ਜਿਉਂਦੇ ਰਹਿੰਦੇ। ਸਾਧੂ ਲੋਕ ਜੋ ਧਰਮੀ ਰਹਿੰਦੇ ਆ, ਗੁਣਾਂ ਵਾਲੇ ਰਹਿੰਦੇ ਆ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਰਹਿੰਦਾ ਉਹਨਾਂ ਦਾ ਵੀ, ਸਾਧੂ ਹੀ ਰਹਿੰਦੇ ਤੇ ਗੁਰੂ ਪਰਮੇਸ਼ਰ, ਗੁਰੂ ਤੇ ਗੋਬਿੰਦ ਪਰਮੇਸ਼ਰ ਹਮੇਸ਼ਾ ਰਹਿੰਦਾ, ਇਹ ਕਦੀ ਨਹੀਂ ਮਰਦੇ। ਠੀਕ ਹੈ ਜੀ। ਜੋ ਧਰਮੀ ਗੁਣਵਾਨ ਹੈ, ਜਿਹੜੇ ਧਾਰਮਿਕ ਗੁਣਾਂ ਵਾਲੇ ਬੰਦੇ ਆ ਜਾਂ ਧਰਮੀ ਆ, ਧਰਮ 'ਚ ਪੱਕੇ ਆ, ਹਾਂਜੀ, ਆਪਣੇ ਤੇ ਗੁਣਾ ਸ਼ੁਭ ਗੁਣਾਂ ਦੇ ਸਹਿ ਰਹਿੰਦੇ ਆ, ਸਤ ਸੰਤੋਖੀ ਆ, ਧੀਰਜ ਵਾਲੇ ਆ, ਧਰਮ ਵਿੱਚ ਪੱਕੇ ਆ, ਵਿਚਾਰ ਜਿਨ੍ਹਾਂ ਦੇ ਚੰਗੇ ਆ, ਜਿਨ੍ਹਾਂ ਦਾ ਦਇਆ ਹੈ, ਕਰੁਣਾ, ਮੈਤਰੀ ਮਿੱਤਰਤਾ ਵਾਲਾ ਸੁਭਾਅ, ਮੁੱਦਤਾ, ਪ੍ਰਸੰਨ ਰਹਿੰਦੇ ਆ, ਉਪੇਖਿਆ ਆਦਿਕ, ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਆ, ਵਿਰਾਗ ਆਦਿਕ, ਉਹ ਬੰਦੇ ਇਹ ਜੀਵਤ ਜਗ ਮਾਹੇ, ਉਹ ਤੇ ਗਈ ਉਹ ਸੰਸਾਰ ਵਿੱਚ ਸਦਾ ਜਿਉਂਦੇ ਆ, ਭਾਵ ਅਮਰ ਹੁੰਦੇ ਹਨ। ਇਹ ਕਹਿ ਰਹੇ ਅਫਲ ਅਫਲ ਜਨਮ ਜਗ ਤੈਨੂੰ ਕਾ, ਜਿਵੇਂ ਸਫਲ ਪਾਠ ਕਰਨਾ ਇਸੇ ਤਰ੍ਹਾਂ ਅਫਲ ਕਰਨਾ। ਕਈ ਅਫਲ ਪੜ੍ਹ ਲੈਂਦੇ ਵੀ ਫਲ ਤੋਂ ਰਹਿਤ, ਅਫਲ ਹੀ ਪੜ੍ਹ ਸਕਦੇ, ਸ਼ੁੱਧ ਹੀ ਹੈ। ਅਫਲ ਜਨਮ ਜਗ ਤੈਨੂੰ ਕਾ, ਉਹਨਾਂ ਦਾ ਜਨਮ ਜਿਹੜਾ ਸੰਸਾਰ ਵਿੱਚ ਅਫਲ ਕਹੀਏ, ਫਲ ਤੋਂ ਰਹਿਤ ਭਾਵ ਨਿਸਫਲ, ਵਿਅਰਥ ਹੀ ਹੈ। ਕਿਹਨਾਂ ਦਾ? ਜਹਾਂ ਧਰਮ ਗੁਣ ਨਾਹੀ, ਜਹਾਂ ਕਹੀਏ ਜਿੱਥੇ ਧਰਮ ਨਹੀਂ ਹੈਗਾ ਪੁਰਸ਼ ਵਿੱਚ ਤੇ ਜਿੱਥੇ ਗੁਣ ਨਹੀਂ ਹੈਗੇ ਸ਼ੁਭ ਗੁਣ। ਜਹਾਂ ਦਾ ਅਰਥ ਇੱਥੇ ਜਿਨ੍ਹਾਂ ਵੀ ਬਣ ਜਾਣਾ ਵੀ ਜਿਨ੍ਹਾਂ ਪੁਰਸ਼ਾਂ ਦੇ ਵਿੱਚ ਨਾ ਤੇ ਕਿਤੇ ਧਾਰਮਿਕ ਭਾਵਨਾ ਹੀ ਹੈਗੀ, ਪਰ ਧਰਮ ਵਿੱਚ ਹੀ ਪਰਪੱਕ ਆ। ਜਿਵੇਂ ਅੱਜ ਕੱਲ੍ਹ ਹੋਣ ਡਿਆ ਨਾ, ਕਲਯੁਗ ਪੂਰਾ ਵਰਤਣ ਡਿਆ, ਨਾ ਤੇ ਉਹ ਲੋਕ ਧਰਮੀ ਆ ਤੇ ਗੁਣ ਵੀ ਨਹੀਂ ਹੈਗਾ, ਕਿਉਂਕਿ ਗੁਣ ਹੀ ਨਹੀਂ ਹੈਗਾ, ਧਰਮ ਨਹੀਂ ਹੈਗਾ, ਧਰਮ ਨਹੀਂ ਹੈਗਾ, ਗੁਣ ਨਹੀਂ ਹੈਗਾ, ਮੁੱਕਦੀ ਗੱਲ।
ਜੇ ਗੁਣ ਹੁੰਦਾ ਤੇ ਅਧਰਮੀ ਕਾਹਨੂੰ ਹੁੰਦੀ। ਹਾਂਜੀ, ਜੇ ਧਰਮੀ ਹੁੰਦੇ ਤੇ ਫਿਰ ਔਗੁਣ ਵਾਲੇ ਕਾਹਨੂੰ ਹੁੰਦੇ। ਇਸ ਪ੍ਰਕਾਰ ਜਿਨ੍ਹਾਂ ਵਿੱਚ ਨਾ ਧਾਰਮਿਕ ਭਾਵਨਾ ਹੀ, ਹਾਂਜੀ, ਜਾਂ ਧਰਮ ਗੁਣ ਨਹੀਂ ਜਿੱਥੇ, ਤੇ ਜਾਂ ਜਿਨ੍ਹਾਂ ਦੇ ਵਿੱਚ ਨਾ ਤੇ ਧਰਮੀ ਸੁਭਾਅ ਹੀ ਹੈ, ਨਾ ਧਰਮੀ ਹੈਗੇ ਆ ਧਰਮ ਵਿੱਚ ਪਰਪਕਤਾ ਵਾਲੇ, ਨਾ ਉਹ ਦੈਵੀ ਗੁਣਾਂ ਵਾਲੇ ਹੀ ਹੈ। ਅਫਲ ਜਨਮ ਜਗ ਤਿਨੋਗਾ, ਉਹਨਾਂ ਦਾ ਜਨਮ ਜਗ ਦੇ ਵਿੱਚ ਰਹਿੰਦਿਆਂ ਨਿਸਫਲਿਆ, ਆਇਆ ਗਿਆ ਮੋਇਆ ਨਾਉ। ਇਸੇ ਪ੍ਰਕਾਰ ਉਹ ਕਿਸੇ ਉਹਨਾਂ ਦਾ ਕੋਈ ਅਰਥ ਨਹੀਂ ਹੈ ਜੀਵਨ ਦਾ, ਕੋਈ ਉਹ ਮਹਾਨ ਨਹੀਂ ਲੋਕ, ਐਵੇਂ ਅਵਾਰਾ ਹੀ ਆਏ, ਧੰਦਾ ਕਰਦਿਆਂ ਨਿਸਫਲ ਜਨਮ ਗਵਾਇਆ, ਬਸ ਹੋਰ ਕੋਈ ਹੈ ਨਹੀਂ ਉਹਨਾਂ ਦੀ ਗੱਲ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹੀ ਤੇਰੀ ਬਰੀਆ। ਇਸ ਚੀਜ਼ ਤੋਂ ਵਾਂਝੇ ਲੋਕ ਰਹਿ ਗਏ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰ ਕਹਿੰਦੇ ਨਾ ਤੇ ਸੰਗਤ ਕਰਨੀ, ਨਾ ਨਾਮ ਹੀ ਭਜਨ ਕਰਨਾ, ਸਿਮਰਨ ਕਰਨਾ ਨਾਮ ਦਾ ਹੀ। ਅਵਰ ਕਾਜ ਜਿੱਥੋਂ ਤੁਸੀਂ ਮਨਾ ਕੀਤਾ ਉਹ ਤੇ ਜ਼ਰੂਰ ਕਰਾਂਗੇ। ਇਸ ਤਰ੍ਹਾਂ ਉਹਨਾਂ ਦਾ ਸੁਭਾਅ। ਬਾਣੀ ਜਿਨ ਕੀ ਰਸਵਤੀ, ਹੁਣ ਬੜੇ ਗੁਣਾਂ ਵਾਲੀ ਗੱਲ ਕਹਿ ਰਹੇ। ਜਿਨ ਕੀ, ਜਿਨ੍ਹਾਂ ਦੀ ਬੋਲੀ ਬੜੀ ਭਾਈ ਰਸ ਵਾਲੀ ਆ, ਪ੍ਰੇਮ ਭਾਵਨਾ ਵਾਲੀ ਆ। ਸਿੱਧਾ ਜਿਹਾ ਸਮਝ ਲਓ, ਮਿਠਾਸ ਦੇ ਸਹਿਤ ਆ, ਮਿੱਠੀ ਬੋਲੀ ਜਿਨ੍ਹਾਂ ਦੀ, ਬਾਣੀ ਕਹੀਏ ਬੋਲੀ ਜਿਨ੍ਹਾਂ ਦੀ ਰਸ ਵਾਲੀ, ਪ੍ਰੇਮ ਭਾਵਨਾ ਵਾਲੀ, ਮਿਠਾਸ ਵਾਲੀ ਬਾਣੀ ਬੋਲੀ ਆ। ਅਤੇ ਸਤੀ ਸੁੰਦਰੀ ਧੀ, ਤੇ ਸੋਹਣੇ ਰੰਗ ਵਾਲੀ, ਸੋਹਣੇ ਰੂਪ ਵਾਲੀ, ਪਤੀ ਵਰਤਾ ਧਰਮ 'ਚ ਪਰਪੱਕ ਇਸਤਰੀ ਜਿਸ ਦੇ ਘਰ ਵਿੱਚ ਹੈ। ਹਾਂਜੀ, ਜਿਸ ਬੰਦੇ ਦੀ ਬੋਲੀ 'ਚ ਬੜੀ ਮਿਠਾਸ ਆ, ਬੜੀ ਰਸ ਵਾਲੀ ਬੋਲੀ ਆ, ਅਤੇ ਜੋ ਦੀ ਧੀ ਕਈ ਘਰ ਵਾਲੀ ਇਸਤਰੀ ਆ, ਉਹ ਵੀ ਬੜੀ ਸੁੰਦਰ ਸਰੂਪ ਵਾਲੀ ਆ, ਸੋਹਣੇ ਸਰੂਪ ਵਾਲੀ ਆ। ਫਿਰ ਸਤੀ ਕਹੀਏ ਬੜੀ ਸਤ ਪ੍ਰਤੱਗੀ ਆ, ਪਤੀ ਵਰਤਾ ਧਰਮ 'ਚ ਪਰਪੱਕ ਹੈ। ਭਾਗਵਤੀ ਜਿਹ ਲక్ష్ਮੀ, ਫਿਰ ਭਾਗਵਤੀ ਭਾਗਾਂ ਦੇ ਨਾਲ, ਜਿਹ ਦੇ ਕਹੀਏ ਜਿਸ ਦੇ ਘਰ ਲక్ష్ਮੀ ਧਨ ਦੌਲਤ ਵੀ ਹੈ। ਭਾਗਵਤੀ ਦਾ ਅਰਥ ਵੀ ਭਾਗਾਂ ਨਾਲ, ਜਾਂ ਭਾਗਾਂ, ਭਾਗਵਤੀ ਦਾ ਅਰਥ ਹੁੰਦਾ ਉਂਝ ਹੁੰਦਾ ਵਾਲੀ, ਭਾਵ ਭਾਗਾਂ ਵਾਲੀ, ਭਾਗਾਂ ਵਾਲੀ ਤੇ ਭਾਗਾਂ ਨਾਲ ਹੀ। ਜਿਹੇ ਦੇ ਘਰ ਵਿੱਚ ਧਨ ਦੌਲਤ ਲక్ష్ਮੀ ਮਾਇਆ ਹੈ, ਇਹ ਚੀਜ਼ ਵੀ ਹੈ। ਤਿੰਨ ਚੀਜ਼ਾਂ ਹੋ ਗਈਆਂ। ਸਫਲ ਜਨਮ ਤੇਹ ਜੀ, ਉਹਨਾਂ ਜੀਅ ਕਹੀਏ ਜੀਵਾਂ ਦਾ, ਨਾ ਪੁਰਖਾਂ ਦਾ, ਨਾ ਬੰਦਿਆਂ ਦਾ, ਤੇ ਸਫਲ ਜਨਮ ਆ ਭਾਈ। ਹਾਂਜੀ, ਉਹਨਾਂ ਦਾ ਜਨਮ ਸੰਸਾਰ ਵਿੱਚ ਸਫਲ ਹੀ ਆ। ਇੱਕ ਤੇ ਵੀ ਬੰਦੇ ਦੀ ਮਿਠਾਸ ਵਾਲੀ ਬੋਲੀ, ਫਿਰ ਉਹਦੀ ਘਰ ਦੀ ਬੜੀ ਨੇਕ ਆ, ਸਤ ਪ੍ਰਤੱਗੀ ਸੁੰਦਰ ਰੂਪ ਵਾਲੀ ਆ, ਫਿਰ ਉਹ ਬੰਦੇ ਦੇ ਘਰ ਲక్ష్ਮੀ ਮਾਇਆ ਹੀ ਵਾਧੂ ਆ, ਉਹਦਾ ਜਨਮ ਸਫਲ ਆ। ਉਂਝ ਇਵੇਂ ਅਰਥ ਲੱਗ ਜੂਗਾ ਵੀ ਬਾਣੀ ਜਿਨ ਕੀ ਰਸਵਤੀ, ਵੀ ਜਿਨ੍ਹਾਂ ਮਾਈਆਂ, ਜਿਨ੍ਹਾਂ ਦੇ ਘਰ ਐਸੀ ਇਸਤਰੀ ਆ ਵੀ ਜਿਹਦੀ ਘਰ ਵਾਲੀ ਦੀ ਬਾਣੀ ਬੋਲੀ ਬੜੀ ਰਸ ਵਾਲੀ ਮਿੱਠੀ ਬੋਲੀ ਆ, ਸੁੰਦਰ ਇਸਤਰੀ ਆ, ਸਤੀ ਆ, ਸਤ ਪ੍ਰਤੱਗੀ ਆ, ਫਿਰ ਲక్ష్ਮੀ ਮਾਇਆ ਵੀ ਜਿਹਦੇ ਘਰ ਵਿੱਚ ਭਾਗਾਂ ਵਾਲੀ ਬਹੁਤ ਹੈ। ਸਫਲ ਜਨਮ ਤੇ ਜੀ, ਉਹਨਾਂ ਜੀਆਂ ਦਾ, ਉਹਨਾਂ ਪੁਰਖਾਂ ਦਾ, ਬੰਦਿਆਂ ਦਾ ਜਨਮ ਧਨ ਹੈ, ਸਫਲ ਹੈ। ਫਲ ਦੇ ਸਹਿਤ ਆਏ ਹੋਏ ਉਹਨਾਂ ਨੂੰ ਸੰਸਾਰ ਵਿੱਚ ਕੁਝ ਨਾ ਦੁਨਿਆਵੀ ਸੁੱਖ ਤੇ ਹੈ ਹੀ ਆ ਨਾ, ਪਰਮਾਰਥ ਇੱਕ ਵੱਖਰੀ ਚੀਜ਼। ਦੋਹਰਾ ਪਰ ਜਸ ਕੀ ਪਾਵਕ ਬਿਖੈ, ਪਰ ਜਸ ਕੀ ਪਾਵਕ ਬਿਖੈ।
ਕਹਿੰਦੇ ਆ ਵੀ ਪਰਾਏ ਦੀ ਪਾਰ ਪਰਾਇਆ ਹੁੰਦਾ ਬਗਾਨਾ। ਭੈੜਾ ਨੀਚ ਮਨੁੱਖ ਦੂਜੇ ਦੇ ਮਾਣ ਸਤਿਕਾਰ ਰੂਪ ਅੱਗ ਵਿੱਚ ਸੜਦਾ ਰਹਿੰਦਾ, ਪਰ ਜਾ ਉਸ ਕੀ ਪਾਵਕ ਵੇਖੇ। ਪਰਾਏ ਬਗਾਨੇ ਦੂਜੇ ਬੰਦੇ ਦਾ ਜਿਹੜਾ ਜਸ ਹੁੰਦਾ ਨਾ, ਜਸ ਰੂਪੀ ਜਿਹੜੀ ਪਾਵਕ ਆ ਗਿਆ ਨਾ, ਉਹਦੇ ਵਿਖੇ ਕਹੀਏ ਵਿੱਚ ਐ ਨਾ ਜਿਹੜਾ ਭਸਮ ਹੋਤ ਹੈ ਨੀਚ। ਨੀਚ ਪੁਰਸ਼ ਭੈੜਾ ਬੰਦਾ ਹਮੇਸ਼ਾ ਹੀ ਭਸਮ ਹੁੰਦਾ, ਸੜਦਾ ਹੀ ਰਹਿੰਦਾ, ਕੋਲਾ ਹੀ ਹੋਇਆ ਰਹਿੰਦਾ। ਐਵੇਂ ਕਿਸੇ ਦਾ ਜਸ ਸੁਣ ਕੇ ਸਦਾ ਉਹ ਲੋਕ ਜਿਹੜਾ ਨਾ ਆਪਣਾ ਹੀ ਰੋਣਾ ਰੋਂਦੇ ਰਹਿੰਦੇ, ਭਸਮ ਸਵਾਹ ਹੀ ਹੋਏ ਰਹਿੰਦੇ। ਤਾਂ ਤੇ ਨਿੰਦਿਆ ਕਰਤ ਹੈ ਤਾਂ ਤੇ ਇਸੇ ਕਰਕੇ ਜਿਹੜੇ ਆ ਉਹ ਨੀਚ ਮਨੁੱਖ ਹਮੇਸ਼ਾ ਉਹ ਜਸ ਵਾਲੇ ਪੁਰਸ਼ਾਂ ਦੀ ਨਿੰਦਿਆ ਕਰਦੇ ਰਹਿੰਦੇ ਹੈ। ਨਿੰਦਾ ਭੰਡੀ ਕਰਦਾ ਰਹਿੰਦਾ ਹੈ, ਭੰਡੀ ਪ੍ਰਚਾਰ। ਪਰ ਅਬ ਜਸ ਕੇ ਕੀਚ ਪਰਾਏ ਦਾ ਭੰਡੀ ਪ੍ਰਚਾਰ ਰੂਪੀ ਚਿੱਕੜ ਵਿੱਚ ਲਿਬੜਦਾ ਹੈ। ਪਰਾਈ ਜਿਹੜੀ ਅਪਜਾ ਸਪ ਕੀਰਤੀ ਆ ਨਾ, ਉਸ ਦੇ ਵਿੱਚ ਤੇ ਮਾਨੋ ਕੀਚ ਕਈ ਕਿਚੜ ਵਿੱਚ ਹੀ ਫਸੇ ਰਹਿੰਦੇ ਆ, ਭਾਵ ਸਦਾ ਨਿੰਦਿਆ ਹੀ ਕਰਦੇ ਰਹਿੰਦੇ। ਪਰਾਏ ਦਾ ਆਪ ਜਸ ਭਾਵ ਉਹ ਹੈ ਤੇ ਜਸ ਵਾਲਾ, ਪਰ ਉਹਦੀ ਆਪ ਜਸ ਕਹੀਏ ਨਿੰਦਿਆ ਰੂਪੀ ਆਪ ਜਸ ਦਾ ਅਰਥ ਕਰ ਲੈਣਾ ਵਿਰੋਧਤਾ ਜਾਂ ਨਿੰਦਿਆ। ਉਹਦੀ ਨਿੰਦਿਆ ਦੇ ਰੂਪੀ ਕਿਚੜ ਦੇ ਵਿੱਚ, ਚਿੱਕੜ ਦੇ ਵਿੱਚ ਫਸੇ ਰਹਿੰਦੇ, ਭਾਵ ਐਵੇਂ ਹੀ ਨਿੰਦਿਆ ਕਰੀ ਜਾਂਦੇ। ਜੇ ਕਹਿ ਦੋ ਵੀ ਉਹ ਬੰਦਾ ਬੜਾ ਚੰਗਾ, ਆਹ ਬੰਦਾ ਚੰਗਾ ਕਾਹਦਾ ਚੰਗਾ, ਅਸੀਂ ਜਾਣਦੇ ਇਹਨੂੰ, ਐਵੇਂ ਹੀ ਉਹ ਮਨ ਦਾ ਸੁਭਾਅ ਬਣਿਆ ਨਾ ਮਾੜਾ, ਫਿਰ ਉਹ ਕਰਦੇ ਰਹਿੰਦੇ। ਦੋਹਰਾ ਬ੍ਰਿਧ ਉਮਰ ਨਾਰੀ ਮਰੈ, ਬੁਢਾਪੇ ਵਿੱਚ ਬ੍ਰਿਧ ਉਮਰ ਪਾ ਬ੍ਰਿਧ ਵੱਡੀ ਉਮਰ, ਜਦੋਂ ਬਜ਼ੁਰਗ ਬੰਦਾ ਹੋ ਜਾਂਦਾ, ਬਜ਼ੁਰਗ ਉਮਰ ਵਿੱਚ ਨਾਰੀ ਮਰੇ, ਇਸਤਰੀ ਮਰ ਜਾਵੇ। ਹਾਂਜੀ, ਜੋ ਅਸਲ ਵਿੱਚ ਜੀਵਨ ਸਾਥਣ ਹੁੰਦੀ ਆ ਤੇ ਜਿਸ ਨਾਲ ਹਰੇਕ ਤਰ੍ਹਾਂ ਦਾ ਦੁੱਖ ਦਰਦ ਸਾਂਝਾ ਕੀਤਾ ਜਾਂਦਾ ਬੰਦੇ ਵੱਲੋਂ। ਵੱਡੀ ਉਮਰ 'ਚ ਕਹਿੰਦੇ ਵੀ ਨਾਰੀ ਮਰ ਜਾਵੇ। ਫਿਰ ਬੰਦ ਹਾਥ ਮੈਂ ਧਨ, ਬੰਦ ਕਹੀਏ ਸਾਕ ਸੰਬੰਧੀ, ਰਿਸ਼ਤੇਦਾਰਾਂ ਦੇ ਹੱਥ ਵਿੱਚ ਹੱਥ ਵਿੱਚ ਧਨ ਜਿਹੜਾ ਆਪਣਾ ਉਹ ਚਲਿਆ ਜਾਵੇ। ਇੱਕ ਤੇ ਵੱਡੀ ਉਮਰ ਮਰ ਜਾਵੇ ਇਸਤਰੀ, ਜੋ ਬਜ਼ੁਰਗ ਹੋ ਗਿਆ, ਭਾਵ ਇਕੱਲਾ ਹੀ ਰਹਿ ਗਿਆ। ਫਿਰ ਧਨ ਜਿਹੜਾ ਉਹ ਵੀ ਸਾਕ ਸੰਬੰਧੀਆਂ ਦੇ ਹੱਥ ਵਿੱਚ ਆ ਜਾਵੇ। ਪਰਾਧੀਨ ਭੋਜਨ ਰਹੇ, ਤੇ ਪਰਾਧੀਨ ਜਿਹੜੀ ਰੋਜੀ ਰੋਟੀ ਆ, ਹਾਂਜੀ, ਕੋਈ ਭੋਜਨ ਪ੍ਰਸ਼ਾਦਾ ਛਕਣਾ ਤੇ ਭੋਜਨ ਵੀ ਪਰਾਇਆਂ ਦੇ ਅਧੀਨ, ਬਗਾਨੇ ਦੇ ਵਾਸੀ ਹੋ ਜੇ। ਹਾਂਜੀ, ਉਹ ਰੋਟੀ ਖਾਣੀ ਉਹ ਵੀ ਪਰਾਏ ਦੀ ਮੂੰਹ ਵੱਲ ਵੇਂਦਾ ਰਵੇ, ਕਦੋਂ ਮਿਲਦੀ ਕਦੋਂ ਮਿਲਦੀ। ਜਿੱਥੇ ਆਪਣਾ ਹੁਕਮ ਹੀ ਨਾ ਕੋਈ ਚੱਲੇ, ਤੇ ਉਸ ਸਮੇਂ ਦੀ ਹਾਲਤ ਦੱਸਣ ਦੇ ਵੀ ਭੋਜਨ ਜਿਹੜਾ ਉਹ ਵੀ ਪਰਾਏ ਦੇ ਅਧੀਨ ਹੋ ਜੇ, ਤੇ ਬੜੀ ਬੁਰੀ ਹਾਲਤ ਹੁੰਦੀ। ਇਸ ਤੇ ਤਾਪਤ ਮਨ, ਇਸ ਤੇ ਕਹੀਏ ਇਸ ਕਰਕੇ ਜਿਹੜਾ ਮਨ ਆ ਨਾ, ਜਾਂ ਤਿਸ ਤੇ ਇਹਨਾਂ ਔਗੁਣਾਂ ਦੇ ਨਾਲ, ਇਹਨਾਂ ਕਮੀਆਂ ਦੇ ਨਾਲ ਜਿਹੜਾ ਮਨ ਹੈ ਹਮੇਸ਼ਾ ਤਪਦਾ ਰਹਿੰਦਾ, ਦੁਖੀ ਹੁੰਦਾ ਰਹਿੰਦਾ, ਭਾਵ ਮਨ ਨੂੰ ਕਦੇ ਸ਼ਾਂਤੀ ਨਸੀਬ ਨਹੀਂ ਹੁੰਦੀ। ਇੱਕ ਤੇ ਉਮਰ ਬਜ਼ੁਰਗ ਹੋ ਗਈ ਆ, ਉੱਧਰੋਂ ਪੈਸਾ ਆਪਣਾ
ਬੰਦ ਸਕੇ ਸੰਬੰਧੀਆਂ ਭਾਈਚਾਰੇ ਦੇ ਕੋਲ ਚਲਾ ਗਿਆ। ਰੋਟੀ ਪਾਣੀ ਪਰਾਏ ਦੇ ਅਧੀਨ ਹੋ ਗਿਆ। ਇਹਦੇ ਨਾਲ ਮਨ ਨੂੰ ਸ਼ਾਂਤੀ ਨਹੀਂ ਹੁੰਦੀ। ਇਹ ਗੱਲ ਵਸੋਲਾ ਨੇ 100% ਸੱਚ ਹੈ। ਹਾਂਜੀ, ਇਹਦੇ ਇੱਕ ਜਾਣੇ ਤੇ ਲਾਇਆ ਇਦਾਂ ਵੀ ਲੱਗ ਸਕਦਾ ਵੀ ਇੱਕ ਤੇ ਉਮਰ ਵੱਡੀ ਹੋ ਜੇ ਤੇ ਇਸਤਰੀ ਮਰ ਜਾਵੇ ਨਾ, ਤੇ ਮਨ ਬੰਦੇ ਦਾ ਫਿਰ ਹੀ ਦੁਖੀ ਰਹਿੰਦਾ, ਕਿਉਂਕਿ ਬਜ਼ੁਰਗ ਨੂੰ ਬਜ਼ੁਰਗ ਦਾ ਹੀ ਆਸਰਾ ਹੁੰਦਾ। ਜਵਾਨ ਜਮੂਨ ਲੋਕ ਘੱਟ ਹੀ ਵੇਖਦੇ। ਬੰਦ ਹੱਥ ਮੈਂ ਧਨ। ਤੇ ਜਿਵੇਂ ਆਪਾਂ ਅੱਜ ਕੱਲ੍ਹ ਕੋਈ ਕਈਆਂ ਦੀ ਔਲਾਦ ਇੱਕ ਅੱਧੀ ਹੁੰਦੀ ਹੈ, ਉਹ ਵੀ ਚੜ੍ਹਾਈ ਕਰ ਜਾਂਦੀ, ਫਿਰ ਆਪਣਾ ਪੈਸਾ ਧੇਲਾ ਹੀ ਰਿਸ਼ਤੇਦਾਰਾਂ ਕੋਲ ਚਲਾ ਜਾਂਦਾ, ਤੇ ਉਹਦਾ ਜੇ ਪੈਸਾ ਰਿਸ਼ਤੇਦਾਰਾਂ ਹੱਥ ਵਿੱਚ ਚਲਿਆ ਜਾਵੇ ਤਾਂ ਉਹਦਾ ਵੀ ਮਨ ਦੁਖੀ ਰਹਿੰਦਾ। ਕੀ ਖੱਟਿਆ ਕੀ ਗਵਾਇਆ, ਉਹ ਵੀ ਸੋਚਦਾ ਰਹਿੰਦਾ ਵੀ ਮੈਂ ਪੈਸੇ ਤੇ ਮੇਰੇ ਕੋਲ ਹੱਥ 'ਚ ਨਹੀਂ, ਹੱਥ ਵਢਾ ਬੈਠਾ। ਉਹਦਾ ਮਨ ਹੀ ਦੁਖੀ ਰਹਿੰਦਾ। ਪਰਾਧੀਨ ਭੋਜਨ ਰਹੇ। ਜਿਹੜਾ ਪਰਾਇਆ ਫਿਰ ਰੋਟੀ ਜਿਹਦੀ, ਭਾਵੇਂ ਬੱਚਾ ਜਵਾਨ, ਜਿਹਦੀ ਰੋਟੀ ਬੇਗਾਨੇ ਹੱਥ ਚਲੀ ਗਈ ਨਾ, ਪਰਾਏ ਦੇ ਅਧੀਨ ਭੋਜਨ ਰਹੇ ਨਾ, ਜਿਹਦਾ ਵੀ ਬੇਗਾਨੇ ਬਸ ਰੋਟੀ ਹੋ ਜੇ, ਉਹਦਾ ਵੀ ਮਨ ਨਹੀਂ ਜਾਣਦਾ, ਉਹਦਾ ਮਨ ਹੀ ਦੁਖੀ ਹੋਇਆ ਰਹਿੰਦਾ, ਕਿਉਂਕਿ ਭੁੱਖ ਕਦੋਂ ਵੀ ਲੱਗ ਸਕਦੀ। ਤੇ ਪਰਾਏ ਦੇ ਅਧੀਨ ਉਹਨੇ ਤਾਂ ਕਹਿਣਾ ਜੇ ਟਾਈਮ ਨਹੀਂ ਹੋਇਆ ਤੁਹਾਨੂੰ ਫਿਰ ਭੋਖੜਾ ਵੜ ਗਿਆ, ਫਿਰ ਉਹਦੀ ਬੁਰੀ ਹਾਲਤ ਹੁੰਦੀ। ਇਹ ਜਿਹੜਾ ਦੋਹਰਾ, ਇਹਦੀ ਆਪਾਂ ਵਿਚਾਰ ਕੀਤੀ ਆ। ਕਈ ਲਿਖਤਾਂ ਦੋਹਰਿਆਂ ਖਰੜਿਆਂ ਵਿੱਚ ਇੱਥੇ ਨਾ ਦੂਜਾ ਦੋਹਰਾ ਆ, ਉਹਦੀ ਵੀ ਆਪਾਂ ਵਿਚਾਰ ਕਰ ਲੈਂਦੇ ਹਾਂ। ਉਹ ਇਹ ਆ ਵੀ ਤੁਰੰਗੋਂ ਨੇ ਜੀਤੇ ਨਗਰ, ਗੰਧਰਵੋਂ ਨੇ वेद, पर नारी कुल नारी को जा माता सोत खेद। ਇਹ ਦੋਹਰਾ ਵਾ। ਇਹਦੇ ਅਰਥ ਆਪਾਂ ਇਦਾਂ ਆ ਵੀ ਤੁਰੰਗੋਂ ਨੇ ਜੀਤੇ, ਤਰੰਗੋਂ ਨਹੀਂ ਲਿਖਣਾ, ਤਰੰਗੋਂ ਨਾਮ ਤੇ ਲਹਿਰਾਂ ਦਾ ਹੁੰਦਾ, ਤੱਤੇ ਔਂਕੜ ਪਾਉਣਾ। ਤੁਰੰਗੋ, ਤਰੰਗ ਨਾਮ ਘੋੜੇ ਦਾ। ਵੀ ਤਰੰਗੋਂ ਘੋੜਿਆਂ ਨੇ ਨਗਰਾਂ ਨੂੰ, ਤਰੰਗੋਂ ਨੇ ਜੀਤੇ ਨਗਰ, ਘੋੜਿਆਂ ਨੇ ਜਿੱਤ ਲਿਆ ਕਿਹਨਾਂ ਨਗਰਾਂ ਨੂੰ। ਭਾਵ ਵੀ ਘੋੜੇ ਜਿਹੜੇ ਤੁਰ ਤੁਰ ਕੇ ਪੈਂਡੇ ਮੁਕਾ ਕੇ ਉੱਥੇ ਪੁੱਜਣ ਦੇ ਦੁੱਖ ਨੂੰ ਜਿੱਤ ਲੈਂਦੇ ਆ। ਜਿਹੜਾ ਦੁੱਖ ਹੁੰਦਾ ਪੁੱਜਣ ਦਾ, ਪਹੁੰਚਣ ਦਾ, ਉਹ ਦੁੱਖ ਨੂੰ ਜਿੱਤ ਲੈਂਦੇ ਆ ਘੋੜਿਆਂ ਨੇ। ਘੋੜੇ ਰਸਤਾ ਤੈਅ ਕਰ ਕਰਕੇ ਨਗਰ ਨੂੰ ਜਿੱਤ ਲੈਂਦੇ, ਨਗਰ ਕਈ ਪਾਰ ਕਰ ਜਾਂਦੇ। ਗੰਧਰਵੋਂ ਨੇ ਜਾਂ ਤਰੰਗੋਂ ਨੇ ਜੀਤੇ ਨਗਰ। ਹੁਣ ਰਾਜੇ ਮਹਾਰਾਜੇ ਜਦੋਂ ਚੜ੍ਹਾਈ ਕਰਦੇ ਘੋੜਿਆਂ ਤੇ ਕਰਦੇ, ਘੋੜਿਆਂ ਦੀ ਸਹਾਇਤਾ ਨਾਲ ਜਿਹੜੇ ਵੇਖ ਲਓ ਵੀ ਇੱਕ ਰਾਜੇ ਨੇ ਦੂਸਰੇ ਰਾਜੇ ਦੇ ਅਨੇਕਾਂ ਹੀ ਨਗਰ ਜਿੱਤੇ ਹਨ। ਵੀ ਜਿਸ ਕੋਲ ਘੋੜਸਵਾਰ ਸੂਰਮੇ ਲੜਾਕੇ ਜਵਾਨ ਹੁੰਦੇ ਆ, ਉਹ ਜੰਗੀ ਘੋੜਿਆਂ ਦੁਆਰਾ ਨਗਰਾਂ ਦੇ ਨਗਰ ਜਿੱਤ ਲੈਂਦੇ ਆ, ਕਿਉਂਕਿ ਉਹਨਾਂ ਦੀ ਘੋੜਿਆਂ ਦੀ ਫੌਜ ਹੁੰਦੀ। ਇਸ ਤਰ੍ਹਾਂ ਉਹ ਰਾਜਿਆਂ ਨਗਰਾਂ ਨੂੰ ਜਿੱਤ ਲਿਆ। ਇਹ ਕਹਿਣ ਦਾ ਮਤਲਬ ਤਰੰਗਾਂ, ਭਾਵੇਂ ਤਰੰਗਾਂ ਘੋੜਿਆਂ ਚੜ੍ਹ ਚੜ੍ਹ ਕੇ ਰਾਜਿਆਂ ਨੇ ਅਨੇਕਾਂ ਨਗਰ ਜਿੱਤ ਲਏ। ਤੇ ਗੰਧਰਵੋਂ ਨੇ वेद, ਜਿਹੜੇ ਗੰਧਰਵ ਲੋਕ ਆ, ਇਹ ਗਵਈਏ ਸਵਰਗ ਦੇ ਰਾਗੀ, 6333 ਅਥਰਵਣ ਵਿੱਚ ਲਿਖਿਆ ਹੋਇਆ ਇਹਨਾਂ ਦੀ ਗਿਣਤੀ। ਰਾਗ ਵਿਦਿਆ ਗੰਧਰਵੋਂ ਨੇ ਜਿਹੜਾ ਨਾ, ਉਹਨਾਂ ਨੇ ਰਾਗ ਵਿਦਿਆ ਦੁਆਰਾ ਵੇਦਾਂ ਨੂੰ ਗਾ ਗਾ ਕੇ ਜਿੱਤ ਲਿਆ। ਰਾਗੀਆਂ ਨੇ ਰਾਗ ਵਿਦਿਆ ਬੜੀ ਸਿੱਖੀ ਹੋਈ ਤੇ ਉਹਨਾਂ ਨੇ ਵੇਦਾਂ ਨੂੰ ਜਿੱਤ ਲਿਆ ਗਾ ਗਾ ਕੇ। ਸੁਰਤੀਆਂ ਇੰਨੀਆਂ ਕੰਠ ਕਰ ਲਈਆਂ, ਐਂ ਕੰਠ ਕਰ ਲਏ। ਪਰ ਨਾਰੀ ਕੁਲ ਨਾਰ ਕੋ, ਜਿਹੜੀ ਪਰ ਨਾਰੀ ਭਾਵ ਪਰਾਈ ਇਸਤਰੀ ਦੇ ਪਿਆਰ ਨੂੰ, ਕੁਲਵੰਤੀ ਪਤੀ ਵਰਤਾ ਨਾਰ ਕਹੀਏ ਇਸਤਰੀ ਜਿੱਤ ਲੈਂਦੀ। ਪਰ ਨਾਰੀ ਕੁਲ ਨਾਰ ਕੋ, ਪਰ ਨਾਰੀ ਕੁਲ ਨਾਰ ਕੋ, ਜਿਹੜੀ ਪਰਾਈ ਇਸਤਰੀ ਆ ਨਾ, ਪਰਾਈ ਇਸਤਰੀ ਦੇ ਪਿਆਰ ਨੂੰ
ਜਿਹੜੀ ਕੁਲ ਨਾਰ, ਜਿਹੜੀ ਕੁਲਵੰਤੀ ਹੈ ਨਾ, ਪਤੀ ਵਰਤਾ ਇਸਤਰੀ ਆ, ਉਹ ਜਿੱਤ ਲੈਂਦੀ ਆ, ਕਿਉਂਕਿ ਉਹ ਤਾਨ ਮਾਨ ਨਾਲ ਆਪਣੇ ਪਤੀ ਦੀ ਸੇਵਾ ਕਰਦੀ ਆ, ਜਿਸ ਕਰਕੇ ਉਹਦਾ ਪਤੀ ਸਹਿਜੇ ਹੀ ਪਰਾਈ ਇਸਤਰੀ ਦੇ ਪ੍ਰੇਮ ਵੱਲੋਂ ਹਟ ਜਾਂਦਾ। ਪਰ ਨਾਰੀ ਕੁਲ ਨਾਰ ਕੋ, ਪਰ ਨਾਰੀ ਕੁਲ ਨਾਰ ਕੋ, ਪਰ ਨਾਰੀ ਜਿਹੜਾ ਪਰਾਈ ਨਾਰੀ ਇਸਤਰੀ ਦਾ ਪ੍ਰੇਮ ਆ ਨਾ, ਉਹਦੇ ਪ੍ਰੇਮ ਨੂੰ ਚੰਗੀ ਕੁਲ ਵਾਲੀ ਜਿਹੜੀ ਇਸਤਰੀ ਆ ਉਹ ਜਿੱਤ ਲੈਂਦੀ ਹੈ ਆਪਣੇ ਪਤੀ ਦੀ ਸੇਵਾ ਕਰਕੇ, ਤੇ ਉਹਦਾ ਪਰਾਈ ਇਸਤਰੀ ਵੱਲੋਂ ਮੋਹ ਹਟਾ ਦਿੰਦੀ। ਜਾ ਮਾਤਾ ਸੋਤ ਖੇਦ, ਜਾ ਮਾਤਾ ਕਈ ਜਿਹੜਾ ਜਵਾਈ ਆ, ਉਹ ਆਪਣੇ ਸੱਸ ਸਹੁਰੇ ਦੇ ਘਰ ਵਿੱਚ ਜੇ ਸੁੱਤ ਪੁੱਤਰ ਨਾ ਹੋਵੇ ਤਾਂ ਉਹ ਪੁੱਤਰ ਨਾ ਹੋਣ ਦੇ ਖੇਦ ਕਈ ਦੁੱਖ ਨੂੰ ਜਿੱਤ ਲੈਂਦਾ। ਭਾਵ ਆਪਣੀ ਲਾਇਕੀ ਅਤੇ ਆਗਿਆਕਾਰੀ ਗੁਣ ਦੁਆਰਾ ਸੱਸ ਸਹੁਰੇ ਨੂੰ ਪੁੱਤਰਾਂ ਵਾਲਾ ਸੁੱਖ ਦਿੰਦਾ, ਮਹਿਸੂਸ ਨਹੀਂ ਹੋਣ ਦਿੰਦਾ ਵੀ ਇਹਨਾਂ ਦਾ ਪੁੱਤਰ ਨਹੀਂ। ਕਿਉਂਕਿ ਜਿਹੜਾ ਪਿਛੇ ਕਵੀ ਜੀ ਨੇ ਚਾਣਕੇ ਜੀ ਨੇ ਕਿਹਾ ਨਾ, ਆਪਣੀ ਮਾਂ ਘਰ ਵਾਲੀ ਦੀ ਮਾਂ, ਮਿੱਤਰ ਦੀ ਮਾਂ, ਗੁਰੂ ਦੀ ਮਾਂ, ਰਾਜੀ ਦੀ ਘਰ ਵਾਲੀ ਤੇ ਗੁਰੂ ਸਾਹਿਬ ਦੀ ਘਰ ਵਾਲੀ, ਇਹ ਆਪਣੀਆਂ ਮਾਵਾਂ ਹੈ। ਠੀਕ ਹੈ ਜੀ। ਤੇ ਜਦੋਂ ਜਵਾਈ ਦੀ ਮਾਂ ਹੈ ਸੱਸ, ਤੇ ਫਿਰ ਉਹ ਪੁੱਤਰ ਹੀ ਲੱਗਾ ਨਾ। ਹਾਂਜੀ, ਮਤਲਬ ਜਮਾਈ ਸੱਸ ਸਹੁਰੇ ਦਾ ਆਗਿਆਕਾਰੀ ਬਣ ਕੇ ਪੁੱਤਰਾਂ ਵਾਂਗ ਪ੍ਰੇਮ ਕਰਕੇ, ਉਹਨਾਂ ਦੇ ਘਰ ਜੇ ਨਾ ਵੀ ਪੁੱਤਰ ਹੋਵੇ, ਉਹ ਨਾ ਪੁੱਤਰ ਹੋਣ ਦਾ ਖੇਦ ਜਿਹੜਾ ਦੁੱਖ ਆ, ਉਹ ਜਿਹੜਾ ਮਿਟਾ ਦਿੰਦਾ, ਭਾਵ ਉਹਨਾਂ ਨੂੰ ਜਿੱਤ ਲੈਂਦਾ। ਇਸ ਤਰ੍ਹਾਂ ਆਪਣਾ ਗੁਣ ਆਗਿਆਕਾਰਪਣਾ ਵਿਖਾ ਕੇ। ਠੀਕ ਹੈ ਜੀ। ਤੇ ਪਰ ਨਾਰੀ ਦੇ ਜਿਹੜਾ ਪ੍ਰੇਮ ਮਨੁੱਖ ਕਰ ਲੱਗ ਪੈਂਦਾ, ਉਹ ਪਰਾਈ ਨਾਰੀ ਦੇ ਪ੍ਰੇਮ ਨੂੰ ਹਟਾਉਣ ਲਈ ਜਿਹੜੀ ਕੁਲ ਪਤੀ ਵਰਤਾ ਧਰਮ ਵਾਲੀ ਸਤੀ ਜਤ ਸਤ ਵਾਲੀ ਇਸਤਰੀ ਹੈ, ਧਰਮ ਵਿੱਚ ਪਰਪੱਕ ਰਹਿਣ ਵਾਲੀ, ਉਹ ਆਪਣੇ ਪਤੀ ਨੂੰ ਬੇਅੰਤ ਪ੍ਰੇਮ ਕਰਕੇ ਪਰ ਨਾਰੀ ਦੇ ਪ੍ਰੇਮ ਨੂੰ ਜਿੱਤ ਲੈਂਦੀ, ਉਧਰੋਂ ਹਟਾ ਦਿੰਦੀ ਆਪਣੇ ਪਤੀ ਨੂੰ ਸੇਵਾ ਕਰਕੇ। ਏਡੀ ਵੱਡੀ ਗੱਲ ਆ ਇਹ। ਜਿਹੜਾ ਦੋਹਰਾ ਤੁਹਾਨੂੰ ਦੱਸਿਆ ਵੀ ਇਹ ਕਈ ਥਾਵਾਂ ਤੇ ਨਹੀਂ ਲਿਖਿਆ, ਕਈ ਖਰੜਿਆਂ 'ਚ ਇਹ ਦੋਹਰਾ ਲਿਖਿਆ ਤੇ ਕਈਆਂ 'ਚ ਉੱਥੇ ਲਿਖਿਆ ਬ੍ਰਿਧ ਉਮਰ ਨਾਰੀ ਮਰੇ। ਉਹਦੇ ਵੀ ਆਪਾਂ ਵਿਆਖਿਆ ਕਰ ਲਈ ਹੈ। ਜਿੱਥੇ ਤੁਹਾਨੂੰ ਮਿਲ ਜੇ ਕਿਤੇ ਪੋਥੀ ਹੁੰਦੀ ਹੈ ਕਿ ਕਿਸੇ ਕੋ ਹੋਰ, ਤੁਸੀਂ ਇਹ ਦੋਹਰੇ ਦਾ ਅਰਥ ਸਮਝ ਲੈਣਾ। ਅਗਨ ਹੋਤਰ ਫਲ ਵੇਦ ਹੈ। ਹੁਣ ਹਿੰਦੂ ਮਤ ਅਨੁਸਾਰ ਸਨਾਤਨ ਮਤ ਦਾ ਕਥਨ ਕਰਨ ਲੱਗੇ। ਕਹਿੰਦੇ ਵੀ ਵੇਦ ਪੜ੍ਹਨ ਦਾ ਫਲ ਇਹ ਆ, ਜੋ ਨਿਤ ਹੀ ਮੰਤਰਾਂ ਦੇ ਸਹਿਤ ਅਗਨਹੋਤਰ ਭਾਵ ਅੱਗ ਵਿੱਚ ਆਹੂਤੀ ਪਾਉਣੀ, ਇਹ ਅਤੀਤ ਵੇਦ ਪਾਠੀ ਵਾਸਤੇ ਕਥਨ ਕੀਤੀ ਹੈ। ਵਰਤ ਸੀਲ ਫਲ ਆਹੀ, ਤੇ ਸਾਰੇ ਲੋਕਾਂ ਵਾਸਤੇ ਨਹੀਂ ਹੈ ਇਹ ਜਿਹੜੀ ਰੀਤੀ। ਤੇ ਕਹਿੰਦੇ ਵੀ ਵਰਤ ਸੀਲ ਫਲ ਆ, ਵਰਤ ਕਈ ਜਿਹੜਾ ਨਿਯਮ ਰੱਖਣ ਦਾ ਫਲ ਆ, ਉਹ ਨਿਮਰਤਾ ਵਾਲਾ ਸੁਭਾਅ ਰੱਖਣਾ ਹੈ, ਇਹ ਲਾਜ਼ਮੀ ਹੈ। ਠੀਕ ਹੈ ਜੀ। ਆ ਜਿਹੜਾ ਅਗਨਹੋਤਰ ਕਿਹਨੂੰ ਕਿਹਾ ਜਾਂਦਾ ਵਾ? ਹੋਤਰ ਨਾਮ ਦਾ ਹਵਨ ਦਾ, ਦੇਵਤਿਆਂ ਨੂੰ ਵੇਦਾਂ ਮੰਤਰਾਂ ਦੁਆਰਾ ਬੁਲਾ ਕੇ ਘੀ ਆਦਿਕ ਹੋਰ ਪਦਾਰਥਾਂ ਦਾ ਅੱਗ ਵਿੱਚ ਪਾਉਣਾ ਜਿਹੜਾ ਹੈ ਨਾ, ਉਹਨੂੰ ਅਗਨਹੋਤਰ ਕਿਹਾ ਜਾਂਦਾ। ਹੋਤਰ ਨਾਮ ਦਾ ਹਵਨ ਦਾ, ਜਿਹਦੇ ਵਿੱਚ ਘਿਓ ਆਦਿਕ ਕਈ ਸਮੱਗਰੀਆਂ ਕਪੂਰ ਆਦਿਕ ਪਾਈ ਜਾਂਦੇ, ਉਹ ਅੱਗ ਚਿੜ ਨਿਕਲੀ ਜਾਂਦੀ, ਅੱਗ ਨਿਕਲੀ ਜਾਂਦੀ, ਉਹ ਅਗਨਹੋਤਰ ਅੱਗ ਦਾ ਹੋਤਰ ਕਹੀਏ ਹਵਨ। ਠੀਕ ਹੈ ਜੀ। ਆਪ ਗੁਰਮਤਿ 'ਚ ਤਾਂ ਕੋਈ ਕਰਦਾ ਨਹੀਂ ਆ, ਹਿੰਦੂ ਮਤ ਅਨੁਸਾਰ ਹੀ ਆ। ਕਹਿੰਦੇ ਅੱਗ ਵਿੱਚ ਸਮੱਗਰੀ ਹਵਨ ਕਰਦਿਆਂ ਜਿਹੜਾ ਫਲ ਕੀ ਆ, ਵੇਦ ਹੈ। ਮੰਤਰਾਂ ਦਾ ਜਿਹੜਾ ਜਾਪ ਕਰਨ ਨਾਲ
ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਆ। ਇਹ ਫਲ ਆ। ਜੇ ਤੁਸੀਂ ਅਗਨੀ ਦਾ ਹੋਤਰ ਕਰਨਾ, ਕੱਲਾ ਸਮੱਗਰੀ ਪਾਇਆ ਕੁਝ ਨਹੀਂ ਹੋਣਾ। ਬੜੀ ਮਰਿਆਦਾ ਦੇ ਸਹਿਤ ਵੇਦਾਂ ਦੇ ਮੰਤਰ ਪੜ੍ਹਨੇ, ਵੇਦਾਂ ਦੇ ਮੰਤਰ ਪੜ੍ਹਨੇ, ਇਹ ਫਲ ਆ। ਇਹ ਰੀਤੀ ਸਹੀ ਆ ਵੇਦ ਪਾਠੀ ਵਾਸਤੇ। ਨਿਰਾ ਧੂੰਆਂ ਹੀ ਨਾ ਕੱਢੀ ਜਾਵੇ ਜਾਂ ਅੱਗ ਦੀ ਲੰਬ ਕੱਢੀ ਜਾਵੇ। ਅਗਨਹੋਤਰੀ ਨਾਲ ਵੇਦ ਦੇ ਮੰਤਰ ਪੜ੍ਹਨੇ, ਇਹ ਵੱਡਾ ਫਲ ਆ। ਫਿਰ ਅਗਨ ਉਹਦੀ ਜਿਹੜੀ ਆ ਉਹਦੀ ਕੀਮਤ ਆ, ਤਾਂ ਉਹ ਸਫਲ ਹੋ ਸਕਦਾ। ਤੇ ਹੁਣ ਕਹਿੰਦੇ ਆ ਵੀ ਜਿਹੜਾ ਵਰਤਸ਼ੀਲ ਅਗਨਹੋਤਰ ਦਾ ਵੀ ਅਰਥ ਲੱਗ ਜਾਂਦਾ ਵੀ ਜਿਹੜਾ ਅੱਗ ਵਿੱਚ ਸਮੱਗਰੀ ਹਵਨ ਕਰਨੀ ਆ ਨਾ ਤੇ ਮੰਤਰਾਂ ਦਾ ਜਾਪ ਕਰਨਾ, ਇਹਦੇ ਨਾਲ ਕੀ ਪ੍ਰਾਪਤ ਹੁੰਦਾ? ਇਹਦਾ ਫਲ ਵੇਦ ਹੈ। ਭਾਵੇਂ ਦਾ ਫਲ ਵੇਦ ਦਾ ਅਰਥ ਦਾ ਗਿਆਨ, ਇਹਦਾ ਫਲ ਗਿਆਨ ਆ। ਆਤਮਿਕ ਸੋਝੀ ਹੁੰਦੀ ਹੈ। ਠੀਕ ਹੈ ਜੀ, ਆਤਮ ਗਿਆਨ ਦੀ ਪ੍ਰਾਪਤੀ ਹੁੰਦੀ। ਇਹ ਅਗਨੀਹੋਤਰੀ ਦਾ ਫਲ ਆ। ਨਾਲ ਮੰਤਰਾਂ ਦਾ ਜਾਪ ਕਰਨਾ, ਇਹ ਵੀ ਅਰਥ ਬਣ ਜਾਂਦਾ। ਹੁਣ ਕਹਿੰਦੇ ਆ ਵਰਤਸ਼ੀਲ ਫਲ ਆ ਇਹ। ਵਰਤ ਨਾਮ ਹੁੰਦਾ ਵਾ ਜਿਹੜਾ ਨਿਯਮ ਰੱਖਣਾ, ਕੋਈ ਵਰਤ ਰੱਖਣਾ, ਉਪਵਾਸ ਰੱਖਣਾ ਕਿ ਮੈਂ ਰੋਟੀ ਨਹੀਂ ਖਾਣੀ, ਅੱਜ ਰੋਟੀ ਦਾ ਨਾਂਗਾ ਕਰਨਾ, ਅੱਜ ਸਾਰੀ ਜਿਹੜੀ ਰੋਟੀ ਨਹੀਂ ਖਾਣੀ ਨੂੰ ਵਰਤ ਰੱਖਣਾ ਕਹਿੰਦੇ। ਤੇ ਵਰਤ ਰੱਖਣ ਦਾ ਫਲ ਇਹ ਆ ਵੀ ਜਿਹੜਾ ਸੀਲ ਨਿਮਰਤਾ ਵਾਲਾ ਸੁਭਾਅ ਰੱਖਣਾ, ਇਹ ਵਰਤ ਰੱਖਣਾ ਵਾ। ਰੋਟੀ ਦਾ ਨਾਂਗਾ ਨਹੀਂ ਕਰ ਲੈਣਾ, ਜਿਹੜਾ ਸੀਲ ਸੁਭਾਅ ਰੱਖਣਾ, ਇਹ ਫਲ ਆ ਵਰਤ ਦਾ। ਇਹੀ ਵਰਤ ਆ ਜਿਹੜਾ ਸੀਲ ਸੁਭਾਅ ਰੱਖਣਾ। ਇੱਥੇ ਪਾਠ ਇੱਕ ਹੋਰ ਵੀ ਹੈ, ਵਰਤ ਸਿਰੀ ਫਲ ਆਹੇ। ਠੀਕ ਹੈ ਜੀ, ਕਿ ਵਰਤ ਸਿਰੀ ਫਲ ਆਹੇ ਵੀ ਉਪਵਾਸ, ਰੋਟੀ ਦਾ ਨਾਂਗਾ ਕਰ ਨਾਲ ਕੋਈ ਨਿਯਮ ਰੱਖਣ ਨਾਲ, ਜਿਹਦੇ ਕਰਕੇ ਆਪਾਂ ਨਿਯਮ ਰੱਖਿਆ ਹੋਵੇ, ਉਹਦੇ ਨਾਲ ਸਿਰੀ ਫਲ ਆਹੇ। ਜਿਹੜਾ ਫਲ ਕੀ ਆ? ਸਿਰੀ ਕਹੀਏ ਦੌਲਤ ਮਿਲਦੀ ਹੈ। ਸ਼੍ਰੀ ਨਾਮ ਦੌਲਤ ਦਾ। ਠੀਕ ਹੈ, ਦੌਲਤ ਮਿਲਦੀ ਹੈ ਜੇ ਵਰਤ ਰੱਖੀਏ ਨਾ। ਜੈਸੀ ਮਨਸਾ ਰੱਖ ਕੇ ਤੇ ਉਪਵਾਸ ਰੱਖਣ ਦਾ ਫਲ ਇਹ ਆ, ਸ਼੍ਰੀ ਪ੍ਰਾਪਤ ਹੁੰਦੀ, ਲక్ష్ਮੀ ਦੌਲਤ ਪ੍ਰਾਪਤ ਹੁੰਦੀ। ਹਿੰਦੂ ਮਤ ਅਨੁਸਾਰ ਆ। ਬਾਕੀ ਦੇ ਮਹਾਰਾਸ 'ਚ ਭਾਸ਼ਾ ਕਾਰਨ ਸ਼ਾਸਤਰੀ ਗਿਆਨ ਵਿੱਚ ਵੀ ਜੋ ਕਹਿੰਦੇ ਠੀਕ ਹੀ ਕਹਿੰਦੇ ਹੁੰਦੇ ਆ। ਭੋਗ ਦਾਨ ਕੇ ਫਲ ਕਹੈ, ਕਹਾਂ ਦੇ ਕਾਕਾ ਹਾਹੇ ਦਲਾਵਾਂ ਬਿੰਦੀ। ਪਾਠ ਕਹਿੰਦੇ ਵੀ ਦਾਨ ਦਾ ਫਲ, ਦਾਨ ਕੇ ਫਲ, ਦਾਨ ਦੇ ਕੀ ਅਰਥ ਦੇ ਆਪ ਦਾਨ ਕਰਨ ਦੇ ਜਿਹੜੇ ਫਲ ਆ, ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਕਾਹੇ ਕਹੀਏ ਕਹਿੰਦੇ ਹਨ। ਠੀਕ ਆ ਜੀ, ਦਾਨ ਦਾ ਫਲ ਕੀ ਆ? ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਹੁੰਦੀ। ਜਿੰਨਾ ਦਾਨ ਕਰੋਗੇ ਕਹਿੰਦੇ ਨਹੀਂ ਆ ਅੱਜ ਥੋੜਾ ਦੋਗੇ ਕੱਲ ਬਹੁਤਾ ਪਾਓਗੇ। ਭੋਗ ਦਾਨ ਕੇ ਫਲ ਕਹੇ, ਦਾਨ ਕਰਨ ਦੇ ਜਿਹੜੇ ਇਹ ਫਲ ਆ, ਪਦਾਰਥ ਆਦਿਕ ਵਾਧੂ ਪ੍ਰਾਪਤ ਹੋ ਜਾਣੇ, ਇਹ ਫਲ ਕਹੇ ਆਖੇ ਗਏ ਆ, ਕਹਿੰਦੇ ਹਨ। ਤੇ ਗੱਲ ਵੀ ਹੈ, ਕਹਿੰਦੇ ਨਹੀਂ ਭਾਈ ਆ ਪਾ ਦੇ ਕੁਝ ਦਾ, ਇਹਨੂੰ ਦਾਨ ਕਰ ਦੇ, ਅੱਜ 10 ਦੇਵੇਗਾ ਕੱਲ 100 ਹੋ ਜਾਊਗਾ, 10 ਗੁਣਾ ਵਧੂਗਾ ਫਲ ਤੇਰਾ। ਇਸ ਕਰਕੇ ਦਾਨ ਕੇ, ਦਾਨ ਕਰਦੇ ਜਿਹੜੇ ਫਲ ਆ ਉਹ ਭੋਗ ਪਦਾਰਥ ਵਾਧੂ ਮਿਲ ਜਾਣੇ, ਦੂਣੇ ਚਾਉਣੇ, ਇਹ ਕਹੇ ਕਹਿੰਦੇ ਹਨ, ਆਖੇ ਗਏ। ਰਤ ਫਲ ਸੰਤਤ ਚਾਹੇ, ਰਤ ਨਾਮ ਹੁੰਦਾ ਕਾਮ ਚੇਸ਼ਟਾ ਦਾ। ਹਾਂਜੀ, ਇਸਤਰੀ ਨਾਲ ਜਿਹੜਾ ਸੰਬੰਧ ਕਰਨਾ, ਰਤ ਕਰਨੀ ਆ, ਉਹਦਾ ਇਸਤਰੀ ਸੰਬੰਧ ਕਰਨ ਨਾਲ
ਕੀ ਫਲ ਆ? ਸੰਤਤ, ਸੰਤਾਨ ਦਾ, ਧੀਆਂ ਪੁੱਤਰ ਆਦਿ ਦੀ ਚਾਹੇ ਕਹੀਏ ਇੱਛਾ ਪੂਰੀ ਹੁੰਦੀ ਹੈ। ਇਸਤਰੀ ਸੰਬੰਧ ਕਰਨ ਨਾਲ ਧੀਆਂ ਪੁੱਤਰ ਮਿਲਦੇ ਆ। ਠੀਕ ਹੈ ਜੀ। ਰਤ ਫਲ ਸੰਤਤ ਚਾਹੇ, ਭਾਵ ਰਤੀ ਕਰਨ ਨਾਲ ਨਾ, ਇਸਤਰੀ ਦੇ ਨਾਲ ਕਾਮ ਚੇਸ਼ਟਾ ਸੰਬੰਧ ਕਰਨ ਨਾਲ ਉਹਦਾ ਫਲ ਕੀ ਆ? ਉਹਦਾ ਫਲ ਇਹ ਆ ਸੰਤਤ, ਸੰਤਾਨ ਜਿਹੜੀ ਆ, ਧੀਆਂ ਪੁੱਤਰ ਆਦਿਕ, ਉਹਦੀ ਚਾਹੇ ਕਹੀਏ ਇੱਛਾ ਚਾਹ ਨਾ ਪੂਰੀ ਹੁੰਦੀ ਹੈ, ਧੀਆਂ ਪੁੱਤਰ ਮਿਲਦੇ। ਤੇ ਇੱਥੇ ਜਿਹੜਾ ਅਧਿਆਏ ਆ 8ਵਾਂ ਸਮਾਪਤ ਹੋਇਆ। ਕਈ ਖਰੜਿਆਂ 'ਚ 18 ਦੋਹਰੇ ਲਿਖੇ ਤੇ ਕਈ 'ਚ 19 ਆਪਾਂ, ਜਾਂ ਕਈਆਂ 'ਚ 18 ਹੀ ਲਿਖੇ ਆ, ਇੱਕ ਨੂੰ ਕੱਟ ਕੇ ਇੱਕ ਲਿਖਿਆ। ਆਪਾਂ ਜਿਵੇਂ ਦੋਵਾਂ ਗ੍ਰੰਥਾਂ 'ਚ ਆਦਿ ਮਿਲ ਜਾਂਦੇ ਆ, 19 ਦੇ 19 ਦੇ ਆਪਾਂ ਇੱਥੇ ਵਿਚਾਰ ਕੀਤੀ ਆ। ਸੋ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਤੇ ਅੱਜ ਸਮਾਪਤੀ ਕਰੀਏ ਜੀ। ਹਿਤ ਸ੍ਰੀ ਚਾਣਕਿਆ ਰਾਜਨੀਤ ਗ੍ਰੰਥੇ ਨਾਮ ਅਸ਼ਟਮੋ ਅਧਿਆਇ। ਇੱਥੇ ਸ੍ਰੀ ਕਹੀਏ ਸੁਭਾਏ ਮਾਂ ਸ਼੍ਰੋਮਣੀ ਚਾਣਕਿਆ ਰਾਜਨੀਤੀ ਨਾਮ ਕਹੀਏ ਨਾਮੇ ਜੋ ਗ੍ਰੰਥ ਹੈ, ਉਹਦਾ ਅਸ਼ਟਮੋ ਅਧਿਆਇ 8ਵਾਂ ਅਧਿਆਇ ਸਮਾਪਤ, ਇਤੀ ਕਹੀਏ ਸਮਾਪਤ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਅਗਨ ਹੋਤਰ ਫਲ ਭੇਦ ਹੈ, ਵਰਤ ਸ੍ਰੀ ਫਲ ਆਹੇ। ਇਹ ਤੁਹਾਨੂੰ ਦੱਸਿਆ ਨਾ, ਇੱਥੇ ਪਾਠ ਵਰਤਸ਼ੀਲ ਵੀ ਆ ਤੇ ਵਰਤਸਿਰੀ ਵੀ ਆ, ਅਰਥ ਦੋਵੇਂ ਕਰ ਦਿੱਤੇ। ਵਰਤ ਸ੍ਰੀ ਫਲ ਆਹੇ, ਭੋਗ ਦਾਨ ਕੇ ਫਲ ਕਹੈ, ਰਤ ਫਲ ਸੰਤਤ ਚਾਹੇ। ਇਤ ਸ੍ਰੀ ਚਾਣਕਿਆ ਰਾਜਨੀਤ ਗ੍ਰੰਥੇ ਨਾਮ ਅਸ਼ਟਮੋ ਅਧਿਆਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।